ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਰੇਡੀਓ ਪੰਜਾਬ। ਮੈਂ ਹਾਂ ਤੁਹਾਡੀ ਹੋਸਟ, ਤੁਹਾਡੀ ਦੋਸਤ ਕਮਲ ਔਜਲਾ। ਹੁਣ ਦਾ ਜਿਹੜਾ ਪ੍ਰੋਗਰਾਮ ਦਾ ਸੈਗਮੈਂਟ ਆ ਇਹ ਫੇਸਬੁੱਕ ਲਾਈਵ ਤਾਂ ਚੱਲ ਹੀ ਰਿਹਾ ਆ, YouTube ਲਾਈਵ ਤੇ ਏਕਤਾ TV ਤੇ ਵੀ ਚੱਲੇਗਾ। ਸਾਡੇ ਨਾਲ ਇਸ ਵਕਤ ਗੈਸਟ ਜੁੜੇ ਹੋਏ ਨੇ ਹਰਪ੍ਰੀਤ ਕੌਰ ਦਿਓਲ ਐਂਡ ਗਗਨਪ੍ਰੀਤ ਸਿੰਘ ਦਿਓਲ। ਇਹਨਾਂ ਦੇ ਆਉਣ ਦਾ ਅੱਜ ਮਕਸਦ ਆ ਕਿ ਇਹਨਾਂ ਦਾ ਬੇਟਾ ਜੋ ਕਿ ਹਜੇ 1 ਸਾਲ ਦਾ ਨਹੀਂ ਹੋਇਆ, ਉਸ ਦਾ ਬਰਥਡੇ ਕੁਛ ਇੱਕ ਦਿਨਾਂ ਤੱਕ ਆ ਰਿਹਾ। 1 ਸਾਲ ਦਾ ਨਹੀਂ ਹੋਇਆ ਪਰ ਉਹ ਇੱਕ ਬਹੁਤ ਹੀ ਬੁਰੀ ਬਿਮਾਰੀ ਦਾ ਸ਼ਿਕਾਰ ਹੋਇਆ। ਇਹ ਜਿਹੜੀ ਬਿਮਾਰੀ ਹੈ ਜੀ, ਇਸ ਨੂੰ SMA ਕਹਿੰਦੇ ਆ, ਸਪਾਈਨਲ ਮਸਕੂਲਰ ਐਟਰੋਫੀ। ਇਹ ਜਿਹੜੀ SMA ਆ, ਇਹਦੇ ਨਾਲ ਇਨਸਾਨ ਦੇ ਵਿੱਚ ਜਿਹੜੀ ਤਾਕਤ ਆ ਉਹ ਕਾਫੀ ਘਟ ਜਾਂਦੀ ਆ। ਇਸ ਬੱਚੇ ਦਾ ਨਾਂ ਆ ਜੀ ਆਰੀਅਨ ਦਿਓਲ। ਸ਼ਾਇਦ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਬਾਰੇ ਪੋਸਟ ਵੀ ਦੇਖੀ ਹੋਵੇ, ਗੋ ਫੰਡ ਮੀ ਪੇਜ 'ਤੇ ਵੀ ਗਏ ਹੋਵੋ। ਬਹੁਤ ਸਾਰੇ ਦੋਸਤਾਂ ਨੇ ਡੋਨੇਸ਼ਨਸ ਵੀ ਦਿੱਤੇ ਨੇ ਕਿਉਂਕਿ ਇਸ ਵਕਤ ਇਸ ਪਰਿਵਾਰ ਨੂੰ ਹੈਲਪ ਦੀ ਜ਼ਰੂਰਤ ਆ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਦਾ ਟੌਪਿਕ ਆ ਉਹ ਵੀ ਮਦਦ ਆ, ਅਤੇ ਇਹ ਜਿਹੜੀ ਪਰਿਵਾਰ ਆ ਇਹ ਵੀ ਮਦਦ ਦੀ ਗੁਹਾਰ ਲਾਉਣ ਦੇ ਲਈ ਹੀ ਸਾਡੇ ਨਾਲ ਅੱਜ ਹਾਜ਼ਰ ਹੋਏ ਨੇ। ਇਹਨਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ, ਜਾਣਨਾ ਚਾਹਾਂਗੇ ਇਸ ਬਿਮਾਰੀ ਦੇ ਬਾਰੇ, ਬੱਚੇ ਦੇ ਬਾਰੇ ਕਿ ਕੀ ਚੱਲ ਰਿਹਾ, ਕਿਉਂਕਿ ਜਿਹੜੀ ਇਹ ਬਿਮਾਰੀ ਆ ਇਹ ਜੈਨੇਟਿਕ ਡਿਜ਼ੀਜ਼ ਆ ਜਿਹਦੇ ਨਾਲ ਸਰੀਰ ਦੀ ਤਾਕਤ ਆ, ਜਿਹੜੀ ਸਟਰੈਂਥ ਆ ਉਹ ਘਟਣ ਲੱਗ ਜਾਂਦੀ ਆ। ਐਂਡ ਇਟ ਇਫੈਕਟਸ ਦ ਮੋਟਰ ਨਰਵ ਸੈਲਸ ਇਨ ਦ ਸਪਾਈਨਲ ਕੋਰਡ। ਮਤਲਬ ਜਦੋਂ ਫਿਰ ਬੰਦੇ ਨੂੰ ਸਾਹ ਲੈਣ ਦੇ ਵਿੱਚ, ਤੁਰਨ ਫਿਰਨ ਦੇ ਵਿੱਚ, ਖਾਣ ਪੀਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਦੇ ਨਾਲ। ਪਰ ਇਹ ਇੰਨਾ ਛੋਟਾ ਬੱਚਾ ਇਸ ਬਿਮਾਰੀ ਦਾ ਸ਼ਿਕਾਰ ਹੋਇਆ, ਪਰਿਵਾਰ ਦੇ ਉੱਤੇ ਅਣਚਾਹਿਆ ਕਹਿ ਲਓ ਜਾਂ ਅਨਐਕਸਪੈਕਟਿਡ ਜਿਹੜਾ ਪਹਾੜ ਟੁੱਟ ਪਿਆ ਮੁਸੀਬਤਾਂ ਦਾ। ਕਿਉਂਕਿ ਅਸੀਂ ਸਾਰੇ ਫਾਈਨੈਂਸ਼ੀਅਲੀ ਇੰਨੇ ਵੀ ਸਟੇਬਲ ਨਹੀਂ ਹੁੰਦੇ ਕਿ ਲੱਖਾਂ ਡਾਲਰ, ਰੁਪਏ ਤਾਂ ਚਲੋ ਫਿਰ ਵੀ ਹੋਰ ਗੱਲ ਹੁੰਦੀ ਆ, ਪਰ ਲੱਖਾਂ ਡਾਲਰ ਆਪਣੀ ਪਾਕਟ ਦੇ ਵਿੱਚੋਂ ਕੱਢ ਸਕੀਏ ਅਗਰ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਈਏ। ਇਸੇ ਕਰਕੇ ਇਹ ਪਰਿਵਾਰ ਅੱਜ ਸਾਡੇ ਨਾਲ ਸ਼ਾਮਲ ਆ। ਸਾਡੇ ਨਾਲ ਇਸ ਵਕਤ ਸ਼ਾਮਲ ਨੇ ਹਰਪ੍ਰੀਤ ਕੌਰ ਦਿਓਲ ਤੇ ਗਗਨਪ੍ਰੀਤ ਸਿੰਘ ਦਿਓਲ। ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਹਰਪ੍ਰੀਤ ਜੀ, ਤੁਸੀਂ ਗਗਨ ਦੇ ਮਾਤਾ ਹੋ, ਆਰੀਅਨ ਦੇ ਮਾਤਾ ਹੋ ਤੇ ਗਗਨ ਜੀ ਪਿਤਾ ਨੇ। ਤੇ ਆਮ ਤੌਰ 'ਤੇ ਕੀ ਹੁੰਦਾ ਕਿ ਮਾਤਾ ਦੇ ਕੋਲ ਹੀ ਬੱਚਾ ਜ਼ਿਆਦਾ, ਮਾਤਾ ਦੀ ਗੋਦੀ ਦੇ ਵਿੱਚ ਜ਼ਿਆਦਾ ਪਲਦਾ ਆ, ਕਿ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਆ ਮਾਂ ਨੇ ਖਿਲਾਉਣਾ ਪਿਲਾਉਣਾ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਆਰੀਅਨ ਨੂੰ ਕੋਈ ਪ੍ਰੋਬਲਮ ਆ ਜਾਂ ਆਰੀਅਨ ਕਿਸੇ ਬਿਮਾਰੀ ਦਾ ਸ਼ਿਕਾਰ ਆ, ਜਾਂ ਕੀ ਸਿੰਪਟਮ ਸੀਗੇ ਜਿਸ ਕਰਕੇ ਤੁਹਾਨੂੰ ਲੱਗਾ ਕਿ ਡਾਕਟਰ ਨੂੰ ਦਿਖਾਉਣਾ ਚਾਹੀਦਾ? ਹਾਂਜੀ, ਆਰੀਅਨ ਪਹਿਲਾਂ ਬਿਲਕੁਲ ਠੀਕ ਸੀ। ਜਦੋਂ ਆਰੀਅਨ ਦਾ ਬਰਥ ਹੋਇਆ, ਆਰੀਅਨ ਬਿਲਕੁਲ ਠੀਕ ਸੀ, ਐਕਟਿਵ ਸੀ, ਹੈਲਥੀ ਸੀ। ਜਦੋਂ ਪ੍ਰੀਮੈਚੁਰ ਹੋਇਆ, ਨਿੱਕੀ ਉੱਚੀ ਵੀ ਰੱਖਿਆ, ਉੱਥੇ ਵੀ ਬਿਲਕੁਲ ਠੀਕ ਸੀ। ਅਸੀਂ ਘਰ ਲੈ ਕੇ ਆਏ, ਕੋਈ ਵੀ ਕੰਪਲੀਕੇਸ਼ਨ ਨਹੀਂ ਆਈ। ਤਾਂ ਹੌਲੀ ਹੌਲੀ ਜਿੱਦਾਂ 3-4 ਮਹੀਨੇ ਬਾਅਦ, 3 ਮਹੀਨਿਆਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਵੀਕ ਹੋਣਾ ਸ਼ੁਰੂ ਹੋ ਗਿਆ, ਜਿੱਦਾਂ ਉਹਦੀ ਮੂਵਮੈਂਟ ਥੋੜ੍ਹੀਆਂ ਘਟਣੀਆਂ ਸ਼ੁਰੂ ਹੋ ਗਈਆਂ। ਫਿਰ ਵੀ ਅਸੀਂ ਜ਼ਿਆਦਾ ਸੋਚਿਆ ਹੀ ਨਹੀਂ ਕਿਉਂਕਿ ਫਸਟ ਬੇਬੀ ਸੀ, ਪਤਾ ਵੀ ਨਹੀਂ ਲੱਗਾ ਤੇ ਸੋਚਿਆ ਹੀ ਨਹੀਂ ਵੀ ਕੋਈ ਗੱਲ ਹੋਣੀ ਆ। ਫਿਰ ਜਿੱਦਾਂ 1 ਮੰਥ ਬਾਅਦ ਦਸੰਬਰ ਦੇ ਵਿੱਚ ਅਸੀਂ ਥੋੜਾ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਲੱਤਾਂ ਦੀ ਮੂਵਮੈਂਟ ਕਾਫੀ ਘਟ ਗਈ ਆ। ਜਿੱਦਾਂ ਲੱਤਾਂ ਕਿੱਕ ਨਹੀਂ ਕਰਦਾ ਹੈਗਾ, ਚੁੱਕਦਾ ਨਹੀਂ ਹੈਗਾ, ਚੁੱਕ ਚੁੱਕ ਕੇ ਜਿਵੇਂ ਬੱਚੇ ਬਹੁਤ ਏਦਾਂ ਚੁੱਕ ਕੇ ਮਾਰਦੇ ਆ ਹਨਾ, ਹੱਥ 'ਚ ਫੜ ਲੈਂਦੇ, ਉਵੇਂ ਨਹੀਂ ਕਰਦਾ। ਤੇ ਜਦੋਂ ਟੰਮੀ ਟਾਈਮ ਕਰਾਉਂਦੇ ਸੀ, ਸਿਰ ਨਹੀਂ ਸੀ ਚੱਕਦਾ, ਬਿਲਕੁਲ ਹੀ ਏਦਾਂ ਹੀ ਰੋਈ ਜਾਂਦਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਸਵਾਲੋ ਦੀ ਪ੍ਰੋਬਲਮ ਆਉਣ ਲੱਗ ਗਈ। ਜਿੱਦਾਂ ਦੁੱਧ ਪੀਂਦਾ ਸੀ, ਰੋਂਦਾ ਰਹਿੰਦਾ ਸੀ, 1-1 ਘੰਟਾ ਵੀ ਲਾ ਦਿੰਦਾ ਸੀ ਦੁੱਧ ਪੀਣ ਨੂੰ। ਤਾਂ ਫਿਰ ਜਿੱਦਾਂ ਸਾਨੂੰ ਲੱਗਿਆ ਕਿ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ, ਫਿਰ ਅਸੀਂ ਡਾਕਟਰ ਨਾਲ ਗੱਲ ਕੀਤੀ। ਤਾਂ ਫਿਰ ਦਿੱਤਾ ਜਾਂ ਟੈਸਟ ਲਈ ਲੈ ਕੇ ਗਏ? ਕਿੰਨਾ ਕੁ ਸਮਾਂ ਲੱਗਾ ਡਾਇਗਨੋਸ ਕਰਨ ਦੇ ਲਈ? ਹਾਂਜੀ, ਜਦੋਂ ਡਾਕਟਰ ਕੋਲ ਗਏ ਤਾਂ ਉਹਨਾਂ ਨੇ ਰਾਈਟ ਵੇ ਸਾਨੂੰ ਸਰੀ ਮੈਮੋਰੀਅਲ ਹਸਪੀਟਲ ਭੇਜ ਦਿੱਤਾ। ਉੱਥੇ ਬੈੱਡ ਬੁੱਕ ਕਰਾਤਾ। ਉੱਥੇ ਅਸੀਂ 3-4 ਦਿਨ ਰਹੇ, ਕਾਫੀ ਟੈਸਟ ਹੋਏ, ਕਾਫੀ ਇਹਦੀ ਬ੍ਰੇਨ ਦੀ MRI ਹੋਈ, ਪਰ ਪਤਾ ਨਹੀਂ ਲੱਗਾ ਕੁਛ ਵੀ। ਤਾਂ ਜਿੱਦਾਂ ਫਿਰ ਸਾਨੂੰ ਚਿਲਡਰਨ ਹਸਪੀਟਲ ਭੇਜ ਦਿੱਤਾ ਗਿਆ। ਉੱਥੇ ਵੀ ਮਤਲਬ
ਆਈ ਥਿੰਕ 2 ਵੀਕ ਲੱਗ ਗਏ ਸੀ। ਲੱਗ ਜਾਂਦੀ ਹੈ ਇਸ ਟੈਸਟ ਨੂੰ ਕਾਫੀ ਟਾਈਮ, ਪਰ ਉਹਨਾਂ ਨੇ ਫਾਸਟ ਪ੍ਰੋਸੈਸ ਦੇ ਵਿੱਚ ਕਰਾਇਆ ਕਿ ਜਲਦੀ ਪਤਾ ਲੱਗੇ, ਨਹੀਂ ਤਾਂ ਹੋਰ ਟੈਸਟ ਕਰਾਏ ਜਾਣ। ਤਾਂ ਫਿਰ ਹਾਂਜੀ 29 ਜਨਵਰੀ ਨੂੰ ਰਿਪੋਰਟਸ ਆ ਗਈਆਂ ਸੀਗੀਆਂ, ਫਿਰ ਪਤਾ ਲੱਗਿਆ ਕਿ ਡਾਇਗਨੋਸ ਹੋਇਆ ਹੈ। ਅੱਛਾ ਜੀ, ਬਹੁਤ ਜਲਦੀ ਉਹਨਾਂ ਨੇ ਟੈਸਟ ਕਰਵਾ ਕੇ ਤੁਹਾਨੂੰ ਦੱਸ ਦਿੱਤਾ ਕਿ ਪ੍ਰੋਬਲਮ ਕੀ ਆ। ਹਾਂਜੀ। ਜੀ ਜੀ ਜੀ। ਵੈਸੇ ਅਸੀਂ ਸਾਰੇ ਹੀ ਜਾਣਦੇ ਹਾਂ, ਬਹੁਤ ਸਾਰੇ ਇਸ ਵਕਤ ਲਿਸਨਰ ਨੇ ਜੋ ਸਾਡੇ ਵਿਊਅਰ ਨੇ ਉਹ ਵੀ ਬੱਚਿਆਂ ਵਾਲੇ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਬੱਚੇ ਦਾ ਕਹਿੰਦੇ ਹੁੰਦੇ ਨਾ ਕਿ ਕੰਨ ਵੀ ਤੱਤਾ ਹੋ ਜਾਏ ਤੇ ਮਾਂ-ਬਾਪ ਤੋਂ ਝੱਲਿਆ ਨਹੀਂ ਜਾਂਦਾ। ਤੇ ਤੁਹਾਡੇ ਤੇ ਤਾਂ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੋਵੇਗਾ ਜਦੋਂ ਉਹਨਾਂ ਨੇ ਦੱਸਿਆ ਕਿ ਇਹ ਰੇਅਰ ਡਿਜ਼ੀਜ਼ ਆ, ਤੇ ਇਹ ਜਿਹੜੀ ਬਹੁਤ ਹੀ ਖਤਰਨਾਕ ਆ। ਅਗਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਰਿਜ਼ਲਟ ਜਿਹੜੇ ਨੇ ਬਹੁਤ ਮਾੜੇ ਹੋ ਸਕਦੇ ਆ। ਤੇ ਤੁਹਾਡੇ ਇਮੋਸ਼ਨਲੀ ਉਸ ਵਕਤ ਬਹੁਤ ਪਰੇਸ਼ਾਨ ਹੋਏ ਹੋਵੋਗੇ ਤੁਸੀਂ ਪਰਿਵਾਰ ਦੇ ਵਿੱਚ। ਹਾਂਜੀ ਏਦਾਂ ਸੀ ਕਿ ਜਦੋਂ ਰਿਪੋਰਟ ਆਈ, ਜਿੱਦਾਂ ਟੀਮ ਆਈ, ਡਾਕਟਰਸ ਦੀ ਪੂਰੀ ਟੀਮ ਆਈ, ਤਾਂ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਕਿ ਮੈਨੂੰ ਲੱਗਦਾ ਸੀ ਕਿ ਨਰਵ ਸਟੱਡੀ ਹੋਈ ਸੀ ਆਰੀਅਨ ਦੀ, ਕਿ ਕੋਈ ਨਰਵਸ ਦੇ ਵਿੱਚ ਮੈਂ ਗੂਗਲ ਕਰੀ ਜਾਂਦੀ ਸੀ ਕਿ ਉਹ ਇਦਾਂ ਉਹਦਾ ਟ੍ਰੀਟਮੈਂਟ ਹੋ ਕੇ ਇਦਾਂ ਹੌਲੀ ਹੌਲੀ 5 to 6 ਮੰਥ 'ਚ ਠੀਕ ਹੋ ਜਾਂਦਾ। ਮੈਂ ਉਹੀ ਗੱਲ ਤੇ ਮੇਰਾ ਸੀ ਕਿ ਉਹ ਹੋ ਸਕਦਾ ਕੁਛ ਨਰਵਸ ਦੀ ਪ੍ਰੋਬਲਮ ਹੋ ਸਕਦੀ ਆ। ਫਿਰ ਜਦੋਂ ਰਿਪੋਰਟ ਆਈ, ਉਹਨਾਂ ਨੇ ਆ ਕੇ ਮੈਨੂੰ ਦੱਸਿਆ ਕਿ ਜੋ ਸਾਨੂੰ ਲੱਗਦਾ ਸੀ, ਅਸੀਂ ਸੋਚਦੇ ਸੀ ਵੀ ਉਹੀ ਹੋਇਆ। ਮੈਂ ਇਕੱਲੀ ਸੀ ਉੱਥੇ, ਗਗਨ ਕੰਮ ਤੇ ਸੀ। ਕੰਮ ਤੋਂ ਵੀ ਇਹ ਬਾਅਦ 'ਚ ਕਿੰਨਾ ਟਾਈਮ ਇਹਨਾਂ ਨੂੰ ਹੋਰ ਕੰਮ ਸੀ, ਇਹ ਮਤਲਬ ਰਾਤ ਦੇ 7-8 ਵਜੇ ਗਏ ਹੌਸਪੀਟਲ। ਤਾਂ ਮੈਨੂੰ ਨਿਊਜ਼ ਮਿਲ ਗਈ ਸੀ ਅਰਾਊਂਡ 2 ਕੁ ਵਜੇ, ਜਿੱਦਾਂ ਹਨਾ ਦਿਨ ਦੇ 2 ਵਜੇ। ਤਾਂ ਬਸ ਮੈਂ ਇਕੱਲੀ ਸੀ, ਇਕੱਲੀ ਨੇ ਉਸ ਨਿਊਜ਼ ਨੂੰ ਕਿੱਦਾਂ ਡਾਈਜੈਸਟ ਕੀਤਾ, ਕਿੱਦਾਂ ਹੈਂਡਲ ਕੀਤਾ, ਮੈਨੂੰ ਹੀ ਪਤਾ। ਕਿ ਮੈਂ ਗਗਨ ਨੂੰ ਦੱਸਣਾ ਵੀ ਨਹੀਂ ਸੀ ਚਾਹੁੰਦੀ, ਜਿੰਨਾ ਟਾਈਮ ਨਾ ਉੱਥੇ ਆਉਂਦੇ ਮੈਂ ਨਹੀਂ ਸੀ ਚਾਹੁੰਦੀ ਇਹਨਾਂ ਨੂੰ ਮੈਂ ਦੱਸਾਂ ਕਿ ਮੈਂ ਉੱਥੇ ਆਉਣਗੇ ਤਾਂ ਹੀ ਮੈਂ ਇਹ ਗੱਲ ਦੱਸ ਸਕਦੀ ਹਾਂ। ਤਾਂ ਬਹੁਤ ਔਖਾ ਸੀ। ਮੈਂ ਤਾਂ ਇੱਕਦਮ, ਮੈਨੂੰ ਪਤਾ ਹੀ ਨਹੀਂ ਲੱਗਿਆ, ਬਹੁਤ ਟਾਈਮ ਤਾਂ ਮੈਂ ਫਰੀਜ਼ ਹੀ ਹੋ ਗਈ ਕਿ ਹੋ ਕੀ ਗਿਆ ਹਨਾ। ਬਹੁਤ ਔਖਾ ਸੀ ਟਾਈਮ, ਉਹ ਦੱਸ ਹੀ ਨਹੀਂ ਸਕਦੀ ਕਿ ਕੀ ਮੇਰੇ ਤੇ ਬੀਤੀ। ਈਵਨ ਕਿ 1 ਮੰਥ ਅਸੀਂ ਪੂਰੇ ਸ਼ੌਕ ਦੇ ਵਿੱਚ ਰਹੇ ਵੀ ਇਹ ਕੀ ਹੋ ਗਿਆ, ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਹੋ ਕੀ ਗਿਆ। ਯਕੀਨ ਹੀ ਨਹੀਂ ਸੀ ਆਉਂਦਾ, ਲੱਗਦਾ ਸੀ ਵੀ ਰਿਪੋਰਟਸ ਹੀ ਰੋਂਗ ਹੋਣਗੀਆਂ, ਆਰੀਅਨ ਦੀਆਂ ਰਿਪੋਰਟਸ ਹੀ ਨਹੀਂ ਹੋਣੀਆਂ ਏਦਾਂ। ਬਸ ਫਿਰ ਹੌਲੀ 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 ਸਿੰਪਟਮ ਵੀ ਵੀ ਉਹੀ ਉਹੀ ਸਾਰੇ ਸਾਰੇ ਦਿਖਾਉਣ ਲੱਗ ਗਏ। ਇਸ ਤਰ੍ਹਾਂ ਹੁੰਦਾ ਹਰਪ੍ਰੀਤ ਜੀ, ਗਗਨ ਜੀ, ਜਦੋਂ ਸਾਡੇ ਘਰ ਬੱਚਾ ਆਉਂਦਾ, ਨਵ ਜੰਮਿਆ ਬੱਚਾ ਹੁੰਦਾ, ਅਸੀਂ ਉਹਦੀਆਂ ਕਿਲਕਾਰੀਆਂ ਸੁਣਨਾ ਚਾਹੁੰਦੇ ਹਾਂ, ਖੇਲਣਾ ਚਾਹੁੰਦੇ ਹਾਂ। ਪਰਿਵਾਰ ਦੇ ਵਿੱਚ ਰੌਣਕ ਜਿਹੀ ਲੱਗ ਜਾਂਦੀ ਆ। ਜਿੰਨੇ ਮਰਜ਼ੀ ਅਡਲਟਸ ਪਰਿਵਾਰ ਦੇ ਵਿੱਚ ਹੋਣ, ਜਦੋਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਨਾ, ਉਹ ਸਾਰਿਆਂ ਨੂੰ ਬਿਜ਼ੀ ਰੱਖਦਾ ਆ। ਮੇਰੇ ਵੀ 2 ਬੱਚੇ ਆ, ਸੋ ਮੈਂ ਵੀ ਐਕਸਪੀਰੀਅੰਸਿਸ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ। ਪਰ ਮੈਨੂੰ ਹਮਦਰਦੀ ਆ ਤੁਹਾਡੇ ਨਾਲ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਡਾ ਬੱਚਾ ਜੇ ਕੁਛ ਇੱਕ ਮਹੀਨਿਆਂ ਦਾ ਹੀ ਸੀ, ਕੁਛ ਇੱਕ ਹਫ਼ਤਿਆਂ ਦਾ ਹੀ ਸੀ, ਜਦੋਂ ਮੇਰਾ ਖਿਆਲ ਨਹੀਂ ਮਹੀਨਿਆਂ ਦਾ ਸੀ, ਜਦੋਂ ਤੁਸੀਂ ਫਾਈਂਡ ਆਊਟ ਕੀਤਾ ਕਿ ਉਹ ਬਿਮਾਰ ਆ, ਉਹ ਇਹੋ ਜਿਹੀ ਰੇਅਰ ਡਿਜ਼ੀਜ਼ ਦਾ ਸ਼ਿਕਾਰ ਹੋ ਚੁੱਕਿਆ ਆ। ਤੇ ਇਹੋ ਜਿਹੀ ਸਮੇਂ ਦੇ ਲਈ ਕੋਈ ਵੀ ਬੰਦਾ ਪ੍ਰਿਪੇਅਰ ਤਾਂ ਹੁੰਦਾ ਨਹੀਂ। ਹੁਣ ਅਸੀਂ ਕਦੇ ਵੀ ਲੱਖਾਂ ਡਾਲਰ ਜਿਹੜੇ ਆ ਇਕੱਠੇ ਕਰਕੇ ਨਹੀਂ ਰੱਖਦੇ ਕਿ ਸਾਡੇ ਪਰਿਵਾਰ ਨੂੰ ਕੋਈ ਬਿਮਾਰੀ ਹੋ ਜਾਏ ਤਾਂ ਅਸੀਂ ਉਸ ਦਾ ਇਲਾਜ ਕਰ ਪਾਈਏ। ਤੇ ਗਗਨ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਤੁਹਾਡੀ ਫਾਈਨੈਂਸ਼ੀਅਲ ਹਾਲਤ, ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਕਿ ਸਾਰੇ ਪ੍ਰੀਪੇਅਰਡ ਤਾਂ ਹੁੰਦੇ ਨਹੀਂ ਕਿ ਇੰਨਾ ਪੈਸਾ ਕਿਸੇ ਦੇ ਕੋਲ ਹੋਵੇ, ਤੇ ਫਿਰ ਤੁਸੀਂ ਕੀ ਸੋਚਿਆ ਕਿ ਕਿਸ ਤਰ੍ਹਾਂ ਅਸੀਂ ਮਦਦ ਲਈਏ, ਕਿੱਥੋਂ ਮਦਦ ਲਈਏ? ਕੀ ਤੁਹਾਡੇ ਦਿਮਾਗ ਦੇ ਵਿੱਚ ਆਇਆ? ਕਿਹਨੇ ਤੁਹਾਡੀ ਮਦਦ ਕੀਤੀ ਇਸ ਤੱਕ ਪਹੁੰਚਣ ਦੇ ਲਈ ਕਿ ਤੁਸੀਂ ਗੋ ਫੰਡ ਮੀ ਪੇਜ ਜਿਹੜਾ ਆ ਸ਼ੁਰੂ ਕਰੋ, ਜਾਂ ਹੋਰ ਕੋਈ ਸਲਾਹਾਂ ਤੁਹਾਨੂੰ ਮਿਲੀਆਂ? ਹਾਂਜੀ, ਜਦੋਂ ਬਿਮਾਰੀ ਬਾਰੇ ਸਰਚ ਕੀਤਾ ਜਾਂ ਪਤਾ ਲੱਗਾ ਵੀ ਇਹ ਚੀਜ਼ ਆ, ਵੀ ਜੈਨੇਟਿਕ ਡਿਜ਼ੀਜ਼ ਆ, SMA ਟਾਈਪ 1 ਆ, ਤੇ ਜਦੋਂ ਪਤਾ ਲੱਗਾ ਵੀ ਇਹਦਾ ਇੱਕ ਟਰੀਟਮੈਂਟ ਹੈਗਾ, US 'ਚ ਅਵੇਲੇਬਲ ਆ ਉਹ, ਪਰ ਉਹ ਜਿੱਦਾਂ 2.1 ਮਿਲੀਅਨ US ਡਾਲਰਸ ਦਾ ਹੈਗਾ ਹਨਾ। ਤੇ ਉਹਦੇ ਨਾਲ ਕੀ ਹੁੰਦਾ, ਬੱਚਾ ਆਪਣੀ ਜਿੱਦਾਂ ਜਿੱਦਾਂ ਉਹ ਜੀਨ ਟਰਾਂਸਪਲਾਂਟੇਸ਼ਨ ਥੈਰੇਪੀ ਆ ਹਨਾ, ਤੇ ਉਹਦੇ 'ਚ ਜਿੱਦਾਂ ਬੱਚਾ ਆਪਣੀ ਨੋਰਮਲ ਲਾਈਫ ਜੀ ਸਕਦਾ ਆ, ਤੇ ਜੋ ਵੀ ਐਕਟੀਵਿਟੀਜ਼ ਆ ਕਰ ਸਕਦਾ, ਕਿਉਂਕਿ ਹੁਣ ਇਹਨੂੰ ਸਾਹ ਲਈ ਮਸ਼ੀਨ ਲੱਗੀ ਆ, ਢਿੱਡ 'ਚ ਟਿਊਬ ਪਾਈ ਆ, ਫੀਡਿੰਗ ਟਿਊਬ, ਜਿਹਦੇ ਰਾਹੀਂ ਇਹਨੂੰ ਦੁੱਧ ਦਿੱਤਾ ਜਾਂਦਾ ਆ। ਤੇ ਉੱਦਾਂ ਵੀ ਹੁਣ ਵੀ ਲੱਤਾਂ ਦੀ ਵੀ ਕੋਈ ਮੂਵਮੈਂਟ ਹੈ ਨਹੀਂ ਗੀ। ਜਦੋਂ ਏਦਾਂ ਪਤਾ ਲੱਗਾ ਵੀ ਹਾਂਜੀ
ਕੋਈ ਚੀਜ਼ ਹੈਗੀ ਆ ਵੀ ਇਹਦੀ ਲਾਈਫ ਚੇਂਜ ਕਰ ਸਕਦੀ ਆ। ਤੇ ਫਿਰ ਜਿੱਦਾਂ ਅਸੀਂ ਜਦੋਂ ਸਰਚ ਕਰਦੇ, ਹਰਪ੍ਰੀਤ ਬਹੁਤ ਸਾਰੀ ਸਾਰੀ ਰਾਤ ਸਰਚ ਕਰਦੀ ਰਹਿੰਦੀ ਹੁੰਦੀ ਸੀਗੀ ਇਹਦੇ ਬਾਰੇ, ਇਸ ਬਿਮਾਰੀ ਬਾਰੇ, ਇਹਦੇ ਜੋ ਵੀ ਕੁਛ ਚੱਲਦਾ ਆ ਦੁਨੀਆ ਤੇ, ਇਹਦੇ ਜੇ ਕੋਈ ਇਲਾਜ ਹੈਗਾ ਆ, ਸਾਰੇ ਪਾਸੇ ਇਹਨੇ ਸਰਚ ਕਰਨਾ ਹਨ। ਫਿਰ ਇਹਨੇ ਜਦੋਂ ਦੇਖਿਆ ਵੀ ਇੱਕ ਫੈਮਿਲੀ ਟੋਰਾਂਟੋ 'ਚ ਸੀਗੀ, ਉਹ ਜਿੱਦਾਂ ਸੇਮ ਪ੍ਰੋਬਲਮ ਸੀਗੀ ਤੇ ਉਹ ਵੀ ਫੰਡ ਰੇਜ਼ ਕਰ ਰਹੇ ਆ ਉਹ US ਵਾਲੀ ਟਰੀਟਮੈਂਟ ਲਈ। ਫਿਰ ਅਸੀਂ ਜਿੱਦਾਂ ਗੱਲਬਾਤ ਕੀਤੀ ਸਾਡੇ ਫਰੈਂਡ ਸਰਕਲ 'ਚ ਵੀ, ਤੇ ਸਾਰੇ ਵੀ ਕਹਿੰਦੇ ਵੀ ਆਪਾਂ ਨੂੰ ਵੀ ਜਿੱਦਾਂ ਕਰ ਲੈਣਾ ਚਾਹੀਦਾ। ਨਿਊਜ਼ ਤਾਂ ਸਾਨੂੰ 29th ਨੂੰ ਮਿਲ ਗਈ ਸੀ, ਪਰ ਮਹੀਨਾ ਡੇਢ ਮਹੀਨਾ ਤਾਂ ਅਸੀਂ ਸ਼ੌਕ 'ਚ ਹੀ ਰਹੇ ਵੀ ਇਹ ਹੋ ਕੀ ਗਿਆ ਸਾਡੇ ਨਾਲ, ਹਨਾ। ਤੇ ਫਿਰ ਜਿੱਦਾਂ ਮਾਰਚ 'ਚ ਅਸੀਂ GoFundMe ਪੇਜ ਸ਼ੁਰੂ ਕੀਤਾ ਸੀਗਾ। ਤੇ ਹਾਂਜੀ। ਜੀ ਜੀ ਬਿਲਕੁਲ, ਕਿਉਂਕਿ ਕੋਈ ਵੀ ਬੰਦਾ ਤਿਆਰ ਨਹੀਂ ਹੁੰਦਾ, ਇੰਨੇ ਪੈਸੇ ਕਿਸੇ ਕੋਲ ਨਹੀਂ ਹੁੰਦੇ, ਕਿਉਂਕਿ ਇੱਥੇ ਦਾ ਜਿਹੜਾ ਮੈਡੀਕਲ ਸਿਸਟਮ ਆ ਉਹ ਵੀ ਸਾਡਾ ਡਿਫਰੈਂਟ ਆ। ਅਸੀਂ ਆਪਣਾ MSP ਕਟਾਉਂਦੇ ਆ ਅਤੇ ਉਹਦੇ ਨਾਲ ਜਿਹੜੇ ਸਾਡੇ ਛੋਟੇ ਮੋਟੇ ਇਲਾਜ ਆ ਉਹ ਹੋ ਜਾਂਦੇ ਆ ਫ੍ਰੀ ਦੇ ਵਿੱਚ। ਅਤੇ ਬਹੁਤ ਸਾਰੇ ਲੋਕ ਇੰਸ਼ੋਰੈਂਸ ਕਰਾ ਲੈਂਦੇ ਆ, ਕਈ ਇੰਸ਼ੋਰੈਂਸ ਵੀ ਨਹੀਂ ਕਰਾਉਂਦੇ। ਇੰਸ਼ੋਰੈਂਸ ਕਰਾਈ ਵੀ ਹੋਵੇ ਤਾਂ ਮੇਰਾ ਖਿਆਲ ਆ ਪਤਾ ਨਹੀਂ ਕਵਰ ਕਰਨਾ ਸੀ ਇੰਨਾ ਖਰਚਾ ਉਹਨਾਂ ਨੇ ਕਿ ਨਹੀਂ, ਪਰ ਬਹੁਤ ਚੰਗਾ ਕੀਤਾ ਕਿ ਤੁਸੀਂ GoFundMe ਪੇਜ ਜਿਹੜਾ ਸ਼ੁਰੂ ਕੀਤਾ ਆ। ਇਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜੁੜ ਚੁੱਕੇ ਨੇ, ਬਹੁਤ ਸਾਰੇ ਲੋਕਾਂ ਨੇ ਜਿਹੜਾ ਡੋਨੇਸ਼ਨ ਦਿੱਤਾ ਆ ਆਰੀਅਨ ਦੀ ਜ਼ਿੰਦਗੀ ਬਚਾਉਣ ਦੇ ਲਈ। ਅਤੇ ਹੁਣ ਤੱਕ ਕਿੰਨੇ ਪੈਸੇ ਇਕੱਠੇ ਹੋ ਚੁੱਕੇ ਨੇ ਅਤੇ ਸਾਨੂੰ ਕਿੰਨਿਆਂ ਦੀ ਹੋਰ ਜ਼ਰੂਰਤ ਆ ਤਾਂ ਕਿ ਆਰੀਅਨ ਨੂੰ ਅਸੀਂ ਤੁਰਦਾ ਫਿਰਦਾ ਦੇਖ ਸਕੀਏ? ਹਾਂਜੀ, ਹੁਣ ਤੱਕ ਬਹੁਤ ਸਪੋਰਟ ਮਿਲੀ ਆ ਸਾਰਿਆਂ ਦੀ, ਤੇ ਹਾਲੇ ਤੱਕ ਵੀ ਜਿੱਦਾਂ ਆਪਣਾ ਮੋਰ ਦੈਨ 1.8 ਹੋ ਗਿਆ ਹੈ, ਤੇ ਆਲਮੋਸਟ 1 ਮਿਲੀਅਨ ਕੀ ਰਹਿ ਗਿਆ ਆਪਣਾ। ਵੀ ਜੇ ਇੱਦਾਂ ਹੀ ਸਪੋਰਟ ਮਿਲਦੀ ਰਹੀ ਆਪਾਂ ਛੇਤੀ ਇਹ ਗੋਲ ਅਚੀਵ ਕਰ ਸਕਦੇ ਹਾਂ। ਆਲਮੋਸਟ 1 ਮਿਲੀਅਨ ਹੁਣ ਰਹਿ ਗਿਆ। 0.8 ਮਿਲੀਅਨ ਕੈਨੇਡੀਅਨ ਡਾਲਰ ਦੀ ਜ਼ਰੂਰਤ ਆ, ਕਿਉਂਕਿ ਇਸ ਇਲਾਜ ਦੇ ਲਈ 2.1 US ਡਾਲਰਸ ਦੀ ਮਿਲੀਅਨ 2.1 ਮਿਲੀਅਨ US ਡਾਲਰਸ ਦੀ ਜ਼ਰੂਰਤ ਆ। ਸੋ ਇਹ 1 ਮਿਲੀਅਨ ਦੀ ਹੁਣ ਹੋਰ ਜ਼ਰੂਰਤ ਆ। ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਇਸ ਵਕਤ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਤੁਸੀਂ GoFundMe ਆਰੀਅਨਸ ਫਾਈਟ GoFundMe 'ਤੇ ਜਾ ਕੇ ਅਗਰ ਗੂਗਲ ਕਰੋਗੇ ਤਾਂ ਤੁਸੀਂ ਗਗਨਪ੍ਰੀਤ ਸਿੰਘ ਦਾ ਨਾਮ ਵੀ ਨਾਲ ਦੇਖ ਸਕਦੇ ਹੋ, ਅਤੇ ਉਸ ਪੇਜ 'ਤੇ ਤੁਸੀਂ ਜਾ ਕੇ ਡੋਨੇਸ਼ਨ ਜਿਹੜਾ ਦੇ ਸਕਦੇ ਹੋ। ਬਹੁਤ ਸੇਫ ਆ, ਬਹੁਤ ਸਾਰੇ ਲੋਕ ਕਰ ਰਹੇ ਨੇ। ਇਸੇ ਤਰ੍ਹਾਂ ਕਰਕੇ ਹੀ 2 ਮਿਲੀਅਨ ਜਿਹੜਾ 1.8 ਮਿਲੀਅਨ ਜਿਹੜਾ ਇਕੱਠਾ ਹੋ ਚੁੱਕਿਆ ਇਸ ਵਕਤ। ਅਤੇ ਹਰਪ੍ਰੀਤ ਜੀ, ਕਿਹੜਾ ਇਲਾਜ ਆ ਜਿਹੜਾ ਡਾਕਟਰਾਂ ਨੇ ਕਿਹਾ ਕਿ ਇਸ ਵਕਤ ਜਿਹੜਾ ਇੰਨੇ ਪੈਸਿਆਂ ਦੇ ਨਾਲ ਕੀਤਾ ਜਾਏਗਾ? ਕੀ ਇੰਜੈਕਸ਼ਨ ਆ? ਮੈਂ ਆਪਣਾ ਸਰਚ ਕਰ ਰਹੀ ਸੀ, ਉਹਦੇ ਵਿੱਚ ਮੈਨੂੰ ਲੱਭਾ ਕਿ ਜ਼ੋਲਗੈਂਜ਼ਮਾ ਜਿਹੜਾ ਕਿ ਇੱਕ FDA ਅਪਰੂਵਡ ਇੰਜੈਕਸ਼ਨ ਹੈਗਾ ਆ, ਅਤੇ ਇਹ ਜਿਹੜਾ ਇੰਜੈਕਸ਼ਨ ਆ ਕੈਨੇਡਾ ਦੇ ਵਿੱਚ ਨਹੀਂ ਮਿਲਦਾ, US ਦੇ ਵਿੱਚ ਹੀ ਇਕੱਲਾ ਅਵੇਲੇਬਲ ਆ। ਇਸ ਇੰਜੈਕਸ਼ਨ ਦੇ ਨਾਲ ਆਰੀਅਨ ਨੂੰ ਠੀਕ ਕੀਤਾ ਜਾ ਸਕਦਾ ਆ। ਅਤੇ ਡਾਕਟਰ ਦਾ ਕੀ ਕਹਿਣਾ ਆ, ਮਾਹਿਰਾਂ ਦਾ ਕੀ ਕਹਿਣਾ ਆ ਕਿ ਇਸ ਇੰਜੈਕਸ਼ਨ ਤੋਂ ਬਾਅਦ ਕੀ ਗਾਰੰਟੀ ਆ, ਜਾਂ ਕਿੰਨੇ ਚਾਂਸਿਸ ਨੇ, ਕਿੰਨੀ ਹੱਦ ਤੱਕ ਜਿਹੜੀ ਆਇਰਨ ਦੀ ਲਾਈਫ ਆ ਉਹ ਨੋਰਮਲ ਹੋ ਜਾਏਗੀ? ਹਾਂਜੀ, ਜਿੱਦਾਂ ਕਾਫੀ ਟਰਾਇਲ ਹੋਈਆਂ ਜੀਨ ਥੈਰੇਪੀ ਨੂੰ ਲੈ ਕੇ। ਜੀਨ ਥੈਰੇਪੀ ਨਾਲ 15 ਬੱਚਿਆਂ ਦਾ ਜਿੱਦਾਂ ਟਰੀਟਮੈਂਟ ਕੀਤਾ ਗਿਆ। ਉਹਨਾਂ ਦੇ ਵਿੱਚੋਂ ਜਿੱਦਾਂ ਜਿਹੜੇ ਬੱਚੇ ਆ ਸਾਰੇ ਹੀ ਵਧੀਆ, ਸਾਰੇ ਹੀ ਨੋਰਮਲ ਐਕਟੀਵਿਟੀਜ਼ ਕਰਦੇ ਆ। ਉਹਨਾਂ ਨੂੰ ਵੈਂਟੀਲੇਟਰ ਜੋ ਵੀ ਬਾਈਪੈਪ ਦੀ ਲੋੜ ਨਹੀਂ ਹੈਗੀ। ਉਹ ਮੂੰਹ ਨਾਲ ਖਾਂਦੇ ਪੀਂਦੇ ਆ, ਉਹ ਬੈਠ ਸਕਦੇ ਆ, ਖੜਦੇ ਵੀ ਆ, ਕੁਛ ਤੁਰਨ ਵੀ ਲੱਗ ਗਏ ਆ, ਕੁਛ ਜਿਵੇਂ ਥੋੜਾ ਟਾਈਮ ਲੱਗੇਗਾ ਤਾਂ ਕੁਛ ਨੂੰ, ਕਿਉਂਕਿ ਇਹ ਜਿਹੜੀ ਜੀਨ ਥੈਰੇਪੀ ਆ ਇੱਕ ਜੀਨ ਨੂੰ ਅੰਦਰ ਆਪਾਂ ਟਰਾਂਸਪਲਾਂਟ ਕਰਦੇ ਆ, ਵਾਇਰਸ ਦੇ ਥਰੂ ਕਰਦੇ ਆ ਉਹ। ਤਾਂ ਉਹ ਇੰਨਾ ਸੌਖਾ ਨਹੀਂ ਕਿ ਇੱਕਦਮ ਹੀ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਆ। ਕੁਛ ਬੱਚਿਆਂ ਤੇ ਕੁਛ ਦਿਨਾਂ ਬਾਅਦ ਹੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਆ। ਕੁਛ ਬੱਚਿਆਂ ਨੂੰ ਵੈਸੇ ਉਹਨਾਂ ਨੇ 2 ਮੰਥ ਰੱਖਿਆ ਹੋਇਆ ਆ ਕਿ 2 ਮੰਥ ਬਾਅਦ ਤੁਸੀਂ ਇਹਦੇ ਜਿਹੜੇ ਆ ਅਸਰ ਦੇਖੋਗੇ, ਹਨਾ। ਪਰ ਕੁਛ ਬੱਚਿਆਂ ਤੇ ਥੋੜੇ ਦਿਨਾਂ ਵਿੱਚ ਹੀ ਕਰਨਾ ਸ਼ੁਰੂ ਕਰਤਾ, ਕੁਛ ਬੱਚਿਆਂ ਤੇ ਮੰਥ ਬਾਅਦ ਕਰਨਾ ਸ਼ੁਰੂ ਕਰ ਦਿੱਤਾ ਜੀਨ ਥੈਰੇਪੀ ਨੇ ਅਸਰ। ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਅਤੇ ਹਾਂਜੀ। ਹਾਂਜੀ, ਅਤੇ ਹੁਣ ਆਰੀਅਨ ਬਹੁਤ ਹੀ ਦੋਸਤੋ ਬਹੁਤ ਹੀ ਸਵੀਟ ਬੱਚਾ ਆ। ਮੈਂ ਵੀ ਕੱਲ੍ਹ ਉਸਨੂੰ ਦੇਖਿਆ,
ਉਸਨੇ ਮੈਨੂੰ ਬਹੁਤ ਹੀ ਪਿਆਰੀ ਜਿਹੀ ਸਮਾਈਲ ਦਿੱਤੀ, ਇੱਕ ਵਾਰ ਨਹੀਂ, 2 ਵਾਰ ਨਹੀਂ, ਕਿੰਨੀ ਵਾਰ। ਜਦੋਂ ਵੀ ਮੈਂ ਉਸ ਦੇ ਨਾਲ ਗੱਲ ਕਰ ਰਹੀ ਸੀ ਨਾ, ਉਹ ਡੋਰ ਦੇ ਵਿੱਚ ਲੈ ਕੇ ਉਸ ਦੀ ਆਂਟੀ ਖੜੀ ਸੀ ਅਤੇ ਮੈਂ ਬਾਹਰੋਂ ਉਸ ਦੇ ਨਾਲ ਗੱਲਾਂ ਕਰ ਰਹੀ, ਉਸਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ। ਬਹੁਤ ਹੀ ਪਿਆਰਾ ਬੱਚਾ ਰਿਸਪੌਂਸ ਦੇ ਰਿਹਾ ਸੀ, ਕਦੀ ਕਦੀ ਲੱਗਦਾ ਥੋੜ੍ਹਾ ਸਲੋ ਰਿਸਪੌਂਸ ਦੇ ਰਿਹਾ, ਪਰ ਰਿਸਪੌਂਸ ਦੇ ਰਿਹਾ ਸੀ, ਹੱਸ ਰਿਹਾ ਸੀ, ਇੰਨਾ ਪਿਆਰਾ ਲੱਗਦਾ ਸੀ। ਇੰਨੀਆਂ ਦੁਆਵਾਂ ਦਿਲ 'ਚੋਂ ਨਿਕਲਦੀਆਂ ਸੀ ਕਿ ਪਰਮਾਤਮਾ ਇਸ ਬੱਚੇ ਨੂੰ ਇਹਦੇ ਪੈਰਾਂ 'ਤੇ ਕੱਢ ਦੇ, ਕਿਉਂਕਿ 1 ਸਾਲ ਦਾ ਹੋਣ ਨੂੰ ਆਇਆ। 1 ਸਾਲ ਦੇ ਇਸ ਉਮਰ ਦੇ ਵਿੱਚ ਬੱਚੇ ਨੋਰਮਲੀ ਤੁਰਨਾ ਫਿਰਨਾ ਸ਼ੁਰੂ ਕਰ ਦਿੰਦੇ ਆ, ਜਾਂ ਖੜ੍ਹਨਾ ਸ਼ੁਰੂ ਕਰ ਦਿੰਦੇ ਆ, ਜਾਂ ਟੇਬਲ ਵਗੈਰਾ ਨੂੰ ਫੜ ਕੇ ਆਲੇ ਦੁਆਲੇ ਤੁਰਨਾ ਸ਼ੁਰੂ ਕਰ ਦਿੰਦੇ ਆ। ਅਤੇ ਪਰ ਇਹ ਬੱਚਾ ਜਿਹੜਾ ਆ, ਕਿਉਂਕਿ ਇਸ ਜਿਹੜੀ ਡਿਜ਼ੀਜ਼ ਆ, ਇਸ ਕਰਕੇ ਜਿਹੜਾ ਇਸ ਦਾ ਸਰੀਰ ਆ ਉਹ ਹਜੇ ਨੋਰਮਲ ਡਿਵੈਲਪਮੈਂਟ ਨਹੀਂ ਚੱਲ ਰਹੀ, ਕਾਫੀ ਸਲੋ ਆ ਖਾਣ ਪੀਣ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ ਦੇ ਵਿੱਚ। ਅਤੇ ਹਰਪ੍ਰੀਤ ਜੀ, ਕੀ ਡਾਕਟਰ ਇਸ ਨੂੰ ਕੋਈ ਇਸ ਵਕਤ ਦੇ ਕੋਈ ਦਵਾਈ ਵਗੈਰਾ ਦੇ ਰਹੇ ਆ ਤਾਂ ਕਿ ਥੋੜ੍ਹਾ ਬਹੁਤ ਉਹ ਜਿਹੜਾ ਖਾ ਪੀ ਸਕੇ ਜਾਂ ਥੋੜ੍ਹਾ ਬਹੁਤ ਐਕਟਿਵ ਰਹਿ ਸਕੇ? ਹਾਂਜੀ, ਜਿਹੜਾ ਇਹਨੂੰ ਹੁਣ ਟ੍ਰੀਟਮੈਂਟ ਮਿਲਦਾ ਆ, ਕੈਨੇਡਾ ਦੇ ਵਿੱਚ ਅਪਰੂਵ ਆ ਜਿਹੜਾ, ਹੈ ਨਾ, ਸਪਿਨਰਾਜ਼ਾ, ਉਹ ਮਿਲਦਾ ਹੈਗਾ ਆ। ਕਾਫੀ ਐਕਸਪੈਂਸਿਵ ਆ, ਆਪਾਂ ਇੱਦਾਂ ਨਹੀਂ ਕਹਿ ਸਕਦੇ। ਉਹ ਵੀ ਡਰੱਗ ਕਾਫੀ ਐਕਸਪੈਂਸਿਵ ਆ, ਜਿਹੜਾ ਵੀ ਇਹਨੂੰ ਇੰਜੈਕਸ਼ਨ ਮਿਲਦਾ। 150,000 ਦਾ ਇੱਕ ਇੰਜੈਕਸ਼ਨ ਆ, ਜਿਹੜਾ ਕਿ ਪਹਿਲੇ ਸਾਲ 6 ਮਿਲਦੇ ਆ, ਫਿਰ ਜਿੱਦਾਂ ਹਰ ਸਾਲ ਮਤਲਬ 3 ਮਿਲਣੇ ਆ 4-4 ਮਹੀਨਿਆਂ ਬਾਅਦ। ਅਤੇ ਇਹ ਹੈਗਾ ਕਿ ਲਾਈਫ ਟਾਈਮ ਲਈ ਆ, ਹੈ ਨਾ। ਪਰ ਉਹਦੇ ਵਿੱਚ ਇਹ ਆ ਕਿ ਉਹ ਸਿਰਫ ਇਹਦੀ ਜਿਹੜੀ ਮਤਲਬ ਇੱਕ ਇੱਦਾਂ ਦੀ ਚੀਜ਼ ਆ ਕਿ ਅੰਦਰੋਂ ਇਹਨੂੰ ਕਮਜ਼ੋਰ ਹੀ ਕਰੀ ਜਾਂਦੀ ਹੈ, ਕਮਜ਼ੋਰ ਕਰੀ ਜਾਂਦੀ ਹੈ, ਇਹਦੀ ਮਸਲ ਡੈਮੇਜ ਕਰੀ ਜਾਂਦੀ ਆ। ਉਹ ਚੀਜ਼ ਨੂੰ ਉਹ ਜਿਹੜੀ ਇਹ ਟ੍ਰੀਟਮੈਂਟ ਆ ਉਹ ਰੋਕ ਦਿੰਦਾ ਆ, ਪਰ ਇੰਪਰੂਵਮੈਂਟ ਦੇ ਚਾਂਸਿਸ ਨਹੀਂ ਆ ਵੀ ਇੰਪਰੂਵਮੈਂਟ ਕਿੰਨੀ ਹੋਵੇਗੀ, ਕਿੰਨਾ ਕਰੇਗਾ। ਇਹ ਥੋੜ੍ਹਾ ਬਹੁਤਾ ਵੀ ਬੈਠਣ ਲੱਗ ਜਾਏਗਾ, ਮੂੰਹ ਨਾਲ ਖਾਏਗਾ, ਸਾਹ ਦੀ ਜਿਹੜੀ ਵਾਈ ਪੈਪ ਆ ਉੱਤਰ ਜਾਏਗਾ ਕਿ ਨਹੀਂ, ਇਹ ਨਹੀਂ ਗਰੰਟੀਜ਼ ਹੈਗੀਆਂ ਕੋਈ ਵੀ। ਪਰ ਜਿਹੜੀ ਜੀਨ ਥੈਰੇਪੀ ਆ, ਉਹਨੇ ਉਹ ਚੀਜ਼ ਨੂੰ ਜਿੱਦਾਂ ਜਦੋਂ ਜਿਹੜੀ ਹੈ ਨਹੀਂ ਗੇ ਜਿਹੜੇ ਜੀਨ, ਜਦੋਂ ਉਹ ਵੀ ਅੰਦਰ ਟਰਾਂਸਪਲਾਂਟ ਹੋ ਜਾਣਗੇ, ਹੌਲੀ ਹੌਲੀ ਜੀਨ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ, 100% ਪ੍ਰੋਟੀਨ ਪ੍ਰੋਡਿਊਸ ਕਰਨੀ ਸ਼ੁਰੂ ਕਰ ਦੇਣੀਆਂ, ਤਾਂ ਮਤਲਬ ਹੌਲੀ 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 ਸਾਰੀਆਂ ਐਕਟੀਵਿਟੀਜ਼ ਕਰਨੀਆਂ ਸ਼ੁਰੂ ਕਰ ਦੇਣੀਆਂ ਆ। ਜੀ, ਬਹੁਤ ਹੀ ਜਿਹੜਾ ਆ ਇਹ ਸਮਾਂ ਜਿਹੜਾ ਆ ਪਰਿਵਾਰ ਦੇ ਲਈ ਕਾਫੀ ਹਾਰਡ ਆ, ਕਿਉਂਕਿ ਜਦੋਂ ਤੁਸੀਂ ਤੁਹਾਡਾ ਕੋਈ ਫੈਮਿਲੀ ਮੈਂਬਰ ਹੋਵੇ, ਖਾਸ ਕਰਕੇ ਤੁਹਾਡਾ ਆਪਣਾ ਬੱਚਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਬੱਚੇ ਦਾ ਕੰਨ ਵੀ ਤੱਤਾ ਹੋ ਜਾਏ ਨਾ, ਮਾਂ ਬਾਪ ਨੂੰ ਫਿਕਰ ਲੱਗ ਜਾਂਦਾ ਆ। ਅਤੇ ਇਸ ਤਰ੍ਹਾਂ ਐਡੀ ਵੱਡੀ ਬਿਮਾਰੀ ਟਾਈਪ 1 ਜਿਹੜੀ ਹੋਵੇ, ਟਾਈਪ 1 SMA, ਉਹ ਲੈ ਕੇ ਬੱਚਾ ਤੁਹਾਡੇ ਘਰ ਦੇ ਵਿੱਚ ਆ, ਤੁਹਾਡੇ ਹੱਥਾਂ ਦੇ ਵਿੱਚ ਆ, ਤੁਸੀਂ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਦੀ ਜ਼ਿੰਦਗੀ ਜਿਹੜੀ ਨੋਰਮਲ ਹੋ ਜਾਏ ਉਸ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੇ ਨਾਲ ਬਹੁਤ ਸਾਰੇ ਲੋਕ ਇਸ ਵਕਤ ਜੁੜ ਚੁੱਕੇ ਨੇ, ਬਹੁਤ ਸਾਰੇ ਲੋਕਾਂ ਨੇ ਪੈਸਾ ਇਕੱਠਾ ਕੀਤਾ, ਜਿਸ ਤਰ੍ਹਾਂ ਤੁਸੀਂ ਆਪ ਵੀ ਮੈਂਸ਼ਨ ਕੀਤਾ ਕਿ 1.8 ਮਿਲੀਅਨ ਡਾਲਰ ਜਿਹੜੇ ਆ ਆਲਰੇਡੀ ਇਕੱਠੇ ਹੋ ਰਹੇ ਆ। ਤੁਹਾਨੂੰ ਇਸ ਦੇ ਨਾਲ ਕਿਸ ਤਰ੍ਹਾਂ ਫੀਲ ਹੁੰਦਾ ਆ? ਕਿ ਚੰਗਾ ਲੱਗਦਾ ਕਿ ਲੋਕ ਤੁਹਾਡੇ ਨਾਲ ਤੁਹਾਡਾ ਸਾਥ ਦੇ ਰਹੇ ਆ, ਤੁਹਾਡੀ ਮਦਦ ਕਰ ਰਹੇ ਆ? ਹਾਂਜੀ, ਬਹੁਤ ਬਹੁਤ ਚੰਗਾ ਲੱਗਦਾ, ਬਹੁਤ ਸਪੋਰਟ ਮਿਲੀ ਆ। ਜਿੱਦਾਂ ਸਾਨੂੰ ਪਹਿਲਾਂ ਤਾਂ ਅਸੀਂ ਜਿੱਦਾਂ ਮਾਰਚ 'ਚ GoFundMe ਪੇਜ ਸ਼ੁਰੂ ਕੀਤਾ ਸੀਗਾ, ਅਤੇ ਨਿਊਜ਼ ਚੈਨਲ ਵੀ ਕਵਰ ਕੀਤੇ, 2-3 ਨਿਊਜ਼ ਚੈਨਲਾਂ ਨੇ ਵੀ, ਪਰ ਸਾਡੀ ਉਦੋਂ ਨਿਊਜ਼ ਕਰੋਨਾ ਕਰਕੇ ਆਈ ਥਿੰਕ ਪਤਾ ਨਹੀਂ ਲੱਗਾ ਲੋਕਾਂ ਨੂੰ ਬਾਹਲਾ। ਪਰ ਫਿਰ ਹੁਣ ਅਸੀਂ ਦੁਬਾਰਾ ਫਿਰ ਥੋੜ੍ਹੇ ਜਿਹੇ ਉੱਦਮ ਕੀਤੇ, ਆਪਣੇ ਨਿਊਜ਼ ਚੈਨਲਾਂ ਨਾਲ ਅਪਰੋਚ ਕੀਤਾ, ਗੱਲਬਾਤ ਕੀਤੀ, ਅਤੇ ਸਾਨੂੰ ਹੁਣ ਜਿੱਦਾਂ ਬਹੁਤ ਸਪੋਰਟ ਮਿਲ ਰਹੀ ਆ। ਅਤੇ ਮੈਨੂੰ ਲੱਗਦਾ ਆ ਵੀ ਜਿੱਦਾਂ ਜਿੰਨੀ ਕੁ ਸਪੋਰਟ ਹੁਣ ਮਿਲ ਗਈ ਆ, ਇੰਨੀ ਕੁ ਥੋੜ੍ਹੀ ਜਿਹੀ ਹੋਰ ਮਿਲ ਜਾਵੇ ਤਾਂ ਆਪਾਂ ਵੀ ਛੇਤੀ ਆਪਣਾ ਟੀਚਾ ਰੀਚ, ਕਿਉਂਕਿ ਇਹਦੇ 'ਚ ਸਮਾਂ ਆਪਣੇ ਕੋਲ 1 ਸਾਲ ਦਾ ਹੀ ਆ, ਕਿਉਂਕਿ ਇਹ ਇੰਜੈਕਸ਼ਨ ਜਿਹੜਾ ਹੈ, ਇਹ ਜਿਹੜਾ ਜ਼ੋਲਗੈਂਜ਼ਮਾ ਆ, ਇਹ ਲੱਗਦਾ ਵਿਦਨ 2 years ਦੀ ਏਜ ਦੇ ਵਿੱਚ ਹੀ ਆ, ਬੱਚਿਆਂ ਨੂੰ 2 ਸਾਲ ਦੇ ਅੰਦਰ ਅੰਦਰ ਹੀ ਲੱਗਦਾ ਆ ਉਹ। ਤਾਂ ਕਰਕੇ ਵੀ ਜਿੰਨੀ ਵੀ ਹੋਰ ਸਪੋਰਟ ਮਿਲੀ ਆ, ਉਨੀ ਕੁ ਸਾਨੂੰ ਹੋਰ ਮਿਲ ਜਾਵੇ ਤਾਂ ਆਪਾਂ ਛੇਤੀ ਉਹ ਅਚੀਵ ਕਰ ਸਕਦੇ ਹਾਂ। ਦੋਸਤੋ, ਅਸੀਂ ਇਸ ਲਈ ਫਿਰ ਮਦਦ ਦੀ ਗੁਹਾਰ ਲਾਉਣਾ ਚਾਹੁੰਦੇ ਹਾਂ ਇਸ ਪਰਿਵਾਰ ਦੇ ਲਈ, ਆਰੀਅਨ ਦਿਓਲ ਦੇ ਲਈ, ਤਾਂ ਕਿ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਜਿਹੜੀ ਨੋਰਮਲ ਲਾਈਫ ਆ ਉਹ ਜੀ ਸਕੇ। ਇਹ ਜਿਹੜਾ ਜ਼ੋਲਗੈਂਜ਼ਮਾ ਇੰਜੈਕਸ਼ਨ ਹੈਗਾ ਆ, ਇਹ ਬਹੁਤ ਹੀ ਮਹਿੰਗਾ ਆ,
$2.8 ਮਿਲੀਅਨ ਇਸ ਤੇ ਖਰਚਾ ਆਏਗਾ, ਕਿਉਂਕਿ ਇਸ ਦੀ ਜਿਹੜੀ ਲਾਗਤ ਆ ਉਹ 2.1 US ਮਿਲੀਅਨ ਹੈਗੀ ਆ। ਤੇ 1.8 ਮਿਲੀਅਨ ਇਕੱਠੇ ਹੋ ਚੁੱਕੇ ਆ, 1 ਮਿਲੀਅਨ ਹੋਰ ਇਕੱਠਾ ਕਰਨ ਦੀ ਜ਼ਰੂਰਤ ਆ। ਜਦੋਂ ਵੀ ਕੋਈ ਵੀ ਕਮਿਊਨਿਟੀ ਦੇ ਵਿੱਚ ਜਾਂ ਕਿਸੇ ਵੀ ਕਮਿਊਨਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਔਕੜ ਆਉਂਦੀ ਆ ਤੇ ਸਾਡੀ ਕਮਿਊਨਿਟੀ ਅੱਗੇ ਹੋ ਕੇ ਬਹੁਤ ਸਾਥ ਦਿੰਦੀ ਆ। ਹਮੇਸ਼ਾ ਹੀ ਦੇਖਿਆ ਜਾਂਦਾ ਕਿ ਸਾਡੀ ਕਮਿਊਨਿਟੀ ਨੂੰ ਕਾਫੀ ਦਾਨੀ ਗਿਣਿਆ ਜਾਂਦਾ ਆ। ਸਾਡੀਆਂ ਮਿਸਾਲਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਦਿੱਤੀਆਂ ਜਾਂਦੀਆਂ ਲੋਕਾਂ ਨੂੰ, ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਕੁਝ ਮਹੀਨੇ ਪਹਿਲਾਂ ਉੱਥੇ ਦੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਉੱਥੋਂ ਦੇ ਮੈਂਬਰ ਨੇ ਉੱਠ ਕੇ ਸਿੱਖਾਂ ਦੇ ਬਾਰੇ ਬਹੁਤ ਚੰਗੀਆਂ ਗੱਲਾਂ ਕੀਤੀਆਂ, ਸਾਡੇ ਇੰਡੀਅਨ ਕਲਚਰ ਦੇ ਬਾਰੇ 2 ਗੱਲਾਂ ਕਹੀਆਂ। ਬਹੁਤ ਚੰਗਾ ਲੱਗਦਾ ਕਿ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਰੈਕੋਗਨਾਈਜ਼ ਹੋ ਰਹੇ ਹਾਂ। ਵੈਸੇ ਤਾਂ ਅਸੀਂ ਰੈਕੋਗਨਾਈਜ਼ ਹੋਣ ਦੇ ਲਈ ਚੰਗੇ ਕੰਮ ਨਹੀਂ ਕਰਦੇ, ਚੰਗੇ ਕੰਮ ਤਾਂ ਅਸੀਂ ਆਪਣੇ ਕਰਮ ਕਮਾਉਣ ਲਈ ਕਰਦੇ ਹਾਂ, ਅਸੀਂ ਕਿਸੇ ਆਪਣੇ ਦੁਖੀ ਭੈਣ ਭਰਾ ਦਾ ਹੱਥ ਫੜਨ ਲਈ ਕਰਦੇ ਹਾਂ, ਅਤੇ ਸਾਨੂੰ ਕਰਨਾ ਵੀ ਚਾਹੀਦਾ। ਇਸੇ ਕਰਕੇ ਮੈਂ ਅੱਜ ਪ੍ਰੋਗਰਾਮ ਦਾ ਜਿਹੜਾ ਟੌਪਿਕ ਹੈ, ਸਬਜੈਕਟ, ਉਹ ਵੀ ਇਹੀ ਰੱਖਿਆ ਤਾਂ ਕਿ ਅਸੀਂ ਪੂਰੇ 2 ਘੰਟੇ ਇਸ ਦੇ ਬਾਰੇ ਗੱਲਬਾਤ ਕਰ ਸਕੀਏ ਅਤੇ ਕੁਛ 1 ਮਿੰਟ ਅੱਧਾ ਕੁ ਘੰਟਾ ਜਿਹੜਾ ਸਾਡੇ ਨਾਲ ਗਗਨਪ੍ਰੀਤ ਤੇ ਹਰਪ੍ਰੀਤ ਦਿਓਲ, ਆਰੀਅਨ ਦੇ ਮਾਤਾ ਪਿਤਾ, ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ। ਅਤੇ ਇਹਨਾਂ ਤੋਂ ਹੁਣ ਜਾਣਦੇ ਹਾਂ ਵੀ ਸਾਡੇ ਜਿਹੜੇ ਇਲਾਜ, ਇਹ ਟਰੀਟਮੈਂਟ ਆ, ਇਸ ਦੇ ਲਈ ਤੁਹਾਨੂੰ ਹੁਣ ਅਮਰੀਕਾ ਸ਼ਾਇਦ ਜਾਣਾ ਪਏਗਾ ਓਬਵੀਅਸਲੀ, ਕਿਉਂਕਿ ਅਮਰੀਕਾ ਦੇ ਵਿੱਚ ਹੀ ਅਵੇਲੇਬਲ ਆ, ਅਤੇ ਉਸ ਲਈ ਐਕਸਟਰਾ ਖਰਚੇ ਵੀ। ਸੋ ਓਬਵੀਅਸਲੀ 2.8 ਮਿਲੀਅਨ ਤੋਂ ਥੋੜ੍ਹੇ ਬਹੁਤ ਜ਼ਿਆਦਾ ਹੀ ਪੈਸੇ ਤੁਹਾਨੂੰ ਚਾਹੀਦੇ ਨੇ, ਕਿਉਂਕਿ ਤੁਹਾਨੂੰ ਹੁਣ ਆਵਾਜਾਈ ਲਈ ਵੀ ਕਾਫੀ ਖਰਚਾ ਉਠਾਉਣਾ ਪਏਗਾ ਇਸ ਵਕਤ। ਅਤੇ ਤੁਸੀਂ ਕੀ ਪ੍ਰੀਪੇਅਰ ਹੋ, ਮੈਂਟਲੀ ਪ੍ਰੀਪੇਅਰ ਹੋ ਕਿ ਬੱਚੇ ਦੇ ਲਈ ਐਡੇ ਵੱਡੇ ਟਰੀਟਮੈਂਟ ਲਈ ਹੁਣ ਸਾਨੂੰ ਜਾਣਾ ਪਏਗਾ? ਤੁਸੀਂ ਮੈਂਟਲੀ ਪ੍ਰੀਪੇਅਰ ਹੋ ਇਸ ਦੇ ਲਈ? ਹਾਂਜੀ, ਪਹਿਲਾਂ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਆਪਾਂ ਨੂੰ ਸਾਨੂੰ US ਜਾਣਾ ਪੈਣਾ ਆ, ਟਰੀਟਮੈਂਟ ਉੱਥੇ ਕਰਵਾਉਣਾ ਪੈਣਾ, ਤੇ ਉਹ ਵੀ ਐਕਸਪੈਂਸਿਵ ਅਰਾਊਂਡ ਜਿੱਦਾਂ ਮਤਲਬ 1.5-2 ਲੱਖ ਆਪਣਾ ਹੋਰ ਉੱਪਰ ਲੱਗ ਜਾਣਾ ਆ। ਪਰ ਫਿਰ ਮੈਨੂੰ ਪਤਾ ਲੱਗਾ ਕਿ ਇੱਕ ਇੱਥੇ ਪ੍ਰੋਗਰਾਮ ਆ, ਸੈਪ ਸਪੈਸ਼ਲ ਐਕਸੈਸ ਪ੍ਰੋਗਰਾਮ, ਜਿਹਦੇ ਵਿੱਚ ਇਹ ਆ ਕਿ ਜਿਹੜੀਆਂ ਲਾਈਫ ਥ੍ਰੈਟਨਿੰਗ ਡਿਜ਼ੀਜ਼ ਆ, ਜਿੱਦਾਂ ਆਰੀਅਨ ਦੀ ਜਿਹੜੀ ਡਿਜ਼ੀਜ਼ ਆ, ਉਹ ਇੱਦਾਂ ਹੀ ਆ ਲਾਈਫ ਥ੍ਰੈਟਨਿੰਗ, ਉਹਨਾਂ ਦੀ ਜਿਹੜੀ ਕਿ ਟਰੀਟਮੈਂਟ ਇੱਥੇ ਅਪਰੂਵ ਨਹੀਂ ਆ, ਕੈਨੇਡਾ ਅਪਰੂਵ ਨਹੀਂ ਕਰਦਾ, ਪਰ ਉਹ ਉਹਨਾਂ ਕੋਲ ਹੈ ਕਿ ਤੁਸੀਂ ਪੇ ਕਰੋ, ਤੁਹਾਨੂੰ ਉਹ ਡਰੱਗ ਅਸੀਂ ਇੱਥੇ ਮੰਗਵਾ ਕੇ ਦੇਵਾਂਗੇ ਕਿ ਇੱਥੇ ਤੁਹਾਡਾ ਟਰੀਟਮੈਂਟ ਹੋਏਗਾ। ਤਾਂ ਉਹਦੇ ਵਿੱਚ ਆਰੀਅਨ ਐਂਟਰ ਹੋ ਗਿਆ ਆ। ਟਰੈਵਲ ਨਹੀਂ ਕਰਨਾ ਪਏਗਾ, ਪਰੇਸ਼ਾਨ ਨਹੀਂ ਹੋਣਾ ਪਏਗਾ ਕਈ ਦਿਨ ਜਾਂ ਹਫ਼ਤੇ, ਪਤਾ ਨਹੀਂ ਕਿੰਨਾ ਟਾਈਮ ਲੱਗੇ। ਤੁਸੀਂ ਆਪਣੇ ਘਰ ਦੇ ਲਾਗੇ ਰਹਿ ਕੇ ਹੀ, ਹੋ ਸਕਦਾ ਵੈਂਕੂਵਰ ਚਿਲਡਰਨ ਹੌਸਪੀਟਲ ਹੀ ਇਸ ਦਾ ਇਲਾਜ ਹੋ ਜਾਏ ਹੁਣ ਜੀ। ਸੋ ਬਹੁਤ ਇਹ ਤਾਂ ਰਿਲੀਫ ਮਿਲਿਆ ਸੁਣ ਕੇ ਕਿ ਚਲੋ ਐਟਲੀਸਟ ਕਿਸੇ ਗੱਲ ਤੋਂ ਤੁਹਾਨੂੰ ਥੋੜ੍ਹੀ ਬਹੁਤ ਰਾਹਤ ਮਿਲੇਗੀ ਕਿ ਘਰੋਂ ਬਾਹਰ ਹੋ ਕੇ ਤੁਸੀਂ ਪਰੇਸ਼ਾਨ ਨਹੀਂ ਹੋਵੋਗੇ। ਆਪਣੇ ਘਰ ਦੇ ਵਿੱਚ ਬੰਦਾ ਫਿਰ ਵੀ ਘਰ ਦੀ ਕੰਫਰਟ 'ਚ ਬਹੁਤ ਫਰਕ ਪੈਂਦਾ, ਬੱਚੇ ਨੂੰ ਵੀ ਫਰਕ ਪੈਂਦਾ, ਤੁਹਾਨੂੰ ਵੀ ਫਰਕ ਪਏਗਾ, ਕਿਉਂਕਿ ਇਹੋ ਜਿਹਾ ਸਮਾਂ ਆ, ਖਾਸ ਕਰਕੇ ਜਦੋਂ ਟਰੀਟਮੈਂਟ ਚੱਲਣਾ ਹੈ, ਬਹੁਤ ਸਾਰੇ ਕੁਐਸਚਨ ਦਿਮਾਗ ਦੇ ਵਿੱਚ ਹੁੰਦੇ ਆ, ਬਹੁਤ ਸਾਰੀਆਂ ਪਰੇਸ਼ਾਨੀਆਂ ਦਿਮਾਗ ਦੇ ਵਿੱਚ ਹੁੰਦੀਆਂ, ਅਤੇ ਅਗਰ ਆਪਣੇ ਘਰ ਦੇ ਵਿੱਚ ਹੋਵੋ ਤਾਂ ਥੋੜ੍ਹੀ ਬਹੁਤ ਰਾਹਤ ਮਿਲਦੀ ਆ ਆਪਣੇ ਪਰਿਵਾਰ ਜਾਂ ਫੈਮਿਲੀ ਮੈਂਬਰਸ ਦੇ ਲਾਗੇ। ਅਤੇ ਕੰਮਾਂ ਕਾਰਾਂ ਦੀ ਗੱਲ ਕਰੀਏ ਤਾਂ ਫਿਰ ਕੰਮਕਾਰ ਵੀ ਇਫੈਕਟ ਹੁੰਦੇ ਆ, ਜ਼ਿੰਦਗੀ ਤਾਂ ਬੰਦੇ ਦੀ ਇਫੈਕਟ ਹੁੰਦੀ ਆ ਜਦੋਂ ਬੱਚਾ ਤੁਹਾਡਾ ਬਿਮਾਰ ਹੋਵੇ। ਅਤੇ ਹੁਣ ਤੁਸੀਂ ਆਰੀਅਨ ਨੂੰ ਲੈ ਕੇ ਜਿਸ ਤਰ੍ਹਾਂ ਉਹ ਜਦੋਂ ਉਸਨੂੰ ਖਿਲਾਉਂਦੇ ਪਿਲਾਉਂਦੇ ਹੋ ਸਾਰਾ ਦਿਨ, ਉਹ ਕੀ ਤੁਹਾਨੂੰ ਕਿੱਦਾਂ ਲੱਗਦਾ ਕਿ ਕਿੱਥੇ ਕੁ ਤੱਕ ਉਹਦੀ ਜਿਹੜੀ ਜ਼ਿੰਦਗੀ ਆ ਉਹ ਕਿੰਨੀ ਕੁ ਸਲੋ ਡਾਊਨ ਹੈ ਇਸ ਵੇਲੇ ਉਹਦੀ ਹੈਲਥ? ਜਿੱਦਾਂ ਮਾਪਿਆਂ ਦੇ ਤੌਰ 'ਤੇ ਤੁਸੀਂ ਦੇਖਦੇ ਹੋਵੋਗੇ ਕਿ ਬਾਕੀ ਬੱਚੇ ਪਲਦੇ ਆਲੇ ਦੁਆਲੇ ਦੇਖੇ ਹੋਣਗੇ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸਾਲ ਕੁ ਦੀ ਉਮਰ ਦੇ ਵਿੱਚ ਤੁਰਨ ਫਿਰਨ ਲੱਗ ਜਾਂਦੇ ਆ, ਅਤੇ ਆਰੀਅਨ ਹੁਣ ਕੀ ਮਾੜਾ ਮੋਟਾ ਬੈਠਦਾ ਆ ਜਾਂ ਕਿੱਥੇ ਕੁ ਤੱਕ ਉਹਦੀ ਹੈਲਥ ਜਿਹੜੀ ਹੈਗੀ ਆ? ਹਾਂਜੀ, ਬਹੁਤ ਫਰਕ ਆ। ਜਿੱਦਾਂ ਪਤਾ ਨਹੀਂ ਹੈ ਨਾ, ਸਾਡਾ ਫਸਟ ਬੇਬੀ ਆ, ਸਾਨੂੰ ਇੰਨਾ ਪਤਾ ਹੀ ਨਹੀਂ ਹੈ ਨਾ, ਜਦੋਂ ਮੇਰੇ ਸਿਸਟਰ ਭੈਣਾਂ ਦੇ ਬੱਚੇ ਹੋਏ ਸੀ, ਮੈਂ ਇੱਧਰ ਸੀ, ਮੈਨੂੰ ਇੰਨਾ ਪਤਾ ਹੀ ਨਹੀਂ ਵੀ ਬੱਚੇ ਕੀ ਕਰਦੇ ਹੁੰਦੇ ਆ, ਕਿੰਨੀ ਕੁ ਏਜ ਦੇ ਵਿੱਚ ਕੀ ਕਰਦੇ ਆ, ਇੱਦਾਂ ਹੈ ਨਾ। ਤਾਂ ਮੈਨੂੰ ਜਦੋਂ ਮੈਂ ਇੱਦਾਂ ਹੀ ਮੇਰਾ ਥੋੜ੍ਹਾ ਮਨ ਜਿਹਾ ਖੜਾਇਆ ਸੀ, ਕੋਈ ਨਹੀਂ ਛੋਟਾ ਆ, ਕਰ ਲੈਣਾ ਇਹਨੇ, ਕਰ ਲੈਣਾ। ਪਰ ਜਦੋਂ ਮੈਂ ਹੁਣ ਦੇਖਦੀ ਹਾਂ ਬੱਚੇ
3-3 ਮੰਥ ਦੇ ਜਿਹੜੇ ਬੱਚੇ ਆ ਉਹ ਇੰਨੇ ਐਕਟਿਵ ਆ, ਉਹ ਲੱਤਾਂ ਬਾਹਾਂ ਦੀ ਮੂਵਮੈਂਟ ਉਹਨਾਂ ਦੀ, ਇੰਨਾ ਉਹ ਚੀਜ਼ ਨੂੰ ਫੜ ਲੈਂਦੇ ਆ, ਕਿੰਨਾ ਐਕਟਿਵ ਹੁੰਦੇ ਆ। ਤਾਂ ਆਰੀਅਨ ਦਾ ਬਹੁਤ ਜ਼ਿਆਦਾ ਹੀ ਮਤਲਬ ਉਹਨਾਂ ਨਾਲੋਂ ਹੈਗਾ ਆ ਫਰਕ। ਜਿੱਦਾਂ ਨਾ ਤਾਂ ਇਹ ਮੂੰਹ ਨਾਲ ਖਾ ਸਕਦਾ ਆ, ਨਾ ਇਹ ਇੰਨਾ ਕਿਸੇ ਹੈਡ ਵੀ ਨਹੀਂ ਕੰਟਰੋਲ ਕਰ ਸਕਦਾ, ਜਿੱਦਾਂ ਏਦਾਂ ਹੈਡ ਆਪਣਾ ਆਪ ਨਹੀਂ ਕਰ ਸਕਦਾ। ਜੇ ਇਹਨੂੰ ਏਦਾਂ ਚੁੱਕ ਵੀ ਨਹੀਂ ਸਕਦੇ ਕਿ ਸਿਰ ਉੱਪਰ ਮੂੰਹ ਨਹੀਂ ਚੱਕ ਸਕਦਾ ਹੈਗਾ। ਬੈਠਣਾ ਤਾਂ ਹਲੇ ਪਤਾ ਨੀ ਵਾਹਿਗੁਰੂ ਕਦੋਂ ਮਿਹਰ ਕਰੇਗਾ। ਹਾਂਜੀ, ਬਹੁਤ ਫਰਕ ਆ। ਨਾਲ ਇੱਕ ਕਾਲਰ ਨੇ, ਦੇਖਦੇ ਹਾਂ ਕਿ ਇਸ ਦੇ ਨਾਲ ਹੀ ਸੰਬੰਧਿਤ ਕਾਲ ਹੋਏ। ਸਤਿ ਸ਼੍ਰੀ ਅਕਾਲ ਜੀ ਕਾਲਰ, ਤੁਸੀਂ ਔਨ 에ਅਰ ਹੋ, ਵੈਲਕਮ। ਹਾਂਜੀ ਕਮਲ, ਇਹਨਾਂ ਨੂੰ ਸੋ ਇਹ ਮਤਲਬ ਜੇ ਡੋਨੇਸ਼ਨ ਭੇਜਣੀ ਹੋਵੇ ਤਾਂ ਉਹਦਾ ਕੀ ਐਡਰੈਸ ਹੈ ਜਾਂ ਇਹਨਾਂ ਦਾ ਕੋਈ ਕੰਟੈਕਟ ਨੰਬਰ ਜਾਂ ਕੋਈ ਚੀਜ਼ ਹੈਗੀ ਹੈ? ਜੀ ਬਿਲਕੁਲ, ਤੁਹਾਡੇ ਐਡਰੈਸ ਵੀ ਅਸੀਂ ਦਿੰਨੇ ਆ। ਇਹਨਾਂ ਦਾ GoFundMe ਪੇਜ ਹੈਗਾ ਆ, ਤੁਸੀਂ ਆਰੀਅਨਸ ਫਾਈਟ GoFundMe ਅਗਰ ਗੂਗਲ ਕਰੋਗੇ, ਜੀ ਗੂਗਲ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ। ਆਰੀਅਨਸ ਫਾਈਟ GoFundMe ਪੇਜ ਮੇਰੇ ਅੱਗੇ ਇਸ ਵਕਤ ਖੁੱਲ੍ਹਾ ਹੋਇਆ, ਆਰੀਅਨਸ ਫਾਈਟ ਅਗੇਂਸਟ SMA। ਜੇ GoFundMe ਆਰੀਅਨਸ ਫਾਈਟ GoFundMe ਕੁਝ ਵੀ ਡਾਲੋਗੇ, ਪਾਓਗੇ ਨਾ ਗੂਗਲ ਸਰਚ ਦੇ ਵਿੱਚ, ਤੇ ਤੁਹਾਨੂੰ ਮਿਲ ਜਾਏਗਾ। ਤੇ ਇਹਨਾਂ ਦਾ ਨਾਂ ਤੁਸੀਂ ਗਗਨਪ੍ਰੀਤ ਦਿਓਲ, ਪਿਤਾ ਦਾ ਨਾਂ ਆਰਨ ਦੇ, ਇਹਨਾਂ ਦਾ ਤੁਸੀਂ ਨਾਂ ਨਾਲ ਦੇਖ ਸਕਦੇ ਹੋ। ਸਬਿਤਾ ਮਾਜੂ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਹੈ ਫੰਡਰੇਜ਼ਰ, ਉਹਨਾਂ ਦਾ ਨਾਂ ਹੈਗਾ ਸਬਿਤਾ ਮਾਜੂ, ਤੇ ਗਗਨਪ੍ਰੀਤ ਦਿਓਲ ਪਿਤਾ ਦਾ ਨਾਂ ਨਾਲ ਹੈ। ਤੇ ਆਰੀਅਨਸ ਫਾਈਟ ਅਗੇਂਸਟ SMA SMA ਜੀ। ਤੁਸੀਂ ਜਾ ਕੇ ਜ਼ਰੂਰ ਜਿੰਨਾ ਵੀ ਹੋ ਸਕੇ, ਕਿਉਂਕਿ ਕੋਈ ਜ਼ਰੂਰੀ ਨਹੀਂ ਕਿ ਕੋਈ ਬਹੁਤ ਵੱਡਾ ਯੋਗਦਾਨ ਤੁਸੀਂ ਪਾਉਣਾ ਹੁੰਦਾ। ਕੋਈ $5 ਪਾ ਸਕਦਾ, ਕੋਈ 100 ਪਾ ਸਕਦਾ, ਕੋਈ 500 ਪਾ ਸਕਦਾ। ਮੈਂ ਦੇਖ ਰਹੀ ਸੀ ਕਿ ਕਈ ਲੋਕਾਂ ਨੇ 1300 1500 ਜਾਂ 4000 ਵਗੈਰਾ ਡੋਨੇਸ਼ਨ ਜਿਹੜੇ ਕੀਤੇ ਆ। ਸੋ ਜਿੰਨਾ ਵੀ ਕਿਸੇ ਦੀ ਜੇਬ ਜਿਹੜੀ ਆ, ਪਾਕਟ ਜਿਹੜੀ ਅਲਾਉ ਕਰਦੀ ਆ, ਉਹਨਾਂ ਜ਼ਰੂਰ ਕਰਨਾ ਚਾਹੀਦਾ। ਬਿਲਕੁਲ ਜੀ 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 ਬਿਲਕੁਲ, ਆਪਣੀ ਮਰਜ਼ੀ ਨਾਲ ਕੋਈ ਜ਼ਰੂਰੀ ਹਾਂਜੀ ਆਪਣਾ ਪੁੱਛਦਾ ਆਪਣੀ ਜੇਬ ਲੌਕ ਕਰਦੀ ਉਹਨਾਂ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜ਼ਰੂਰ ਇਸ ਪੇਜ ਤੇ ਜਾ ਕੇ ਤੁਸੀਂ ਜ਼ਰੂਰ ਡੋਨੇਟ ਕਰਨਾ। ਪ੍ਰੋਗਰਾਮ ਹੁਣ ਸੁਣਦੇ ਆ ਸਾਰੇ, ਤੇ ਬਾਕੀ ਹੋਰ ਵੀ ਆਪਣੇ ਜਿੰਨੇ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਨੇ, ਤੁਹਾਡੇ ਦੋਸਤ ਮਿੱਤਰ ਨੇ, ਉਹਨਾਂ ਸਾਰਿਆਂ ਨੂੰ ਇੰਸਪਾਇਰ ਕਰਨਾ ਤਾਂ ਕਿ ਅਸੀਂ ਇਸ ਬੱਚੇ ਦੀ, ਇਸ ਪਰਿਵਾਰ ਦੀ ਮਦਦ ਕਰ ਸਕੀਏ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਜਿੰਨੇ ਵੀ ਦੋਸਤ ਸੁਣ ਰਹੇ ਨੇ, ਸਾਰਿਆਂ ਨੂੰ ਵਾਂਸ ਅਗੇਨ ਮੈਂ ਰਿਮਾਈਂਡ ਕਰਾ ਦੇਵਾਂ ਕਿ ਤੁਸੀਂ ਅਗਰ ਆਰੀਅਨਸ ਫਾਈਟ ਅਗੇਂਸਟ SMA ਗੂਗਲ ਕਰੋਗੇ ਤਾਂ ਤੁਸੀਂ ਇਹਨਾਂ ਦੇ ਪੇਜ 'ਤੇ ਜਾ ਕੇ ਜਿੰਨਾ ਵੀ ਡੋਨੇਸ਼ਨ ਕਰਨਾ ਚਾਹੋ ਕਰ ਸਕਦੇ ਹੋ। ਬਹੁਤ ਹੀ ਜ਼ਰੂਰੀ ਆ। ਇਹ ਛੋਟਾ ਜਿਹਾ ਬਹੁਤ ਪਿਆਰਾ ਜਿਹਾ ਬੱਚਾ ਆ, ਐਂਜਲ ਵਰਗਾ ਲੱਗਦਾ ਆ, ਬਹੁਤ ਹੀ ਕਿਊਟ ਆ, ਤੇ ਮਾਂ-ਬਾਪ ਦੀ ਪਹਿਲੀ ਔਲਾਦ ਆ। ਤੇ ਅਸੀਂ ਅਗਰ ਥੋੜ੍ਹੀ ਬਹੁਤ ਮਦਦ ਕਰ ਦਈਏ ਤੇ ਬੱਚੇ ਦੀ ਜਾਨ ਬਚਾਈ ਜਾ ਸਕਦੀ ਆ। ਨਹੀਂ ਤਾਂ 2 ਸਾਲ ਦੇ ਵਿੱਚ ਅਗਰ ਇਹ ਟਰੀਟਮੈਂਟ ਬੱਚੇ ਨੂੰ ਨਹੀਂ ਮਿਲਦਾ ਤੇ ਰਿਜ਼ਲਟ ਸਾਨੂੰ ਪਤਾ ਹੀ ਨਹੀਂ ਕੀ ਹੋ ਸਕਦੇ ਆ। ਹੁਣ ਬੱਚੇ ਦਾ ਜਿਹੜਾ ਪਹਿਲਾ ਜਨਮ ਦਿਨ ਆ ਕੁਛ ਹੀ ਦਿਨਾਂ ਤੱਕ ਆ ਰਿਹਾ ਆ। ਸੋ ਆਸ ਕਰਦੇ ਹਾਂ ਕਿ ਦੂਸਰੇ ਜਨਮ ਦਿਨ ਤੋਂ ਪਹਿਲਾਂ ਇਹ ਆਪਣੇ ਪੈਰਾਂ 'ਤੇ ਹੋ ਕੇ ਚੰਗੀ ਤਰ੍ਹਾਂ ਆਪਣੇ ਘਰ, ਆਪਣੇ ਪਰਿਵਾਰ ਦੇ ਵਿੱਚ ਦੌੜਾ ਭੱਜਾ ਫਿਰੇ। ਸੋ ਅਖੀਰ 'ਤੇ ਗਗਨ ਜੀ ਐਂਡ ਹਰਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ ਹੋਰ ਸਾਡੇ ਸਰੋਤਿਆਂ ਨੂੰ? ਹਾਂਜੀ, ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਰੀਅਨ ਨੂੰ ਠੀਕ ਕਰਨਾ ਆ। ਆਪਾਂ ਕਰ ਸਕਦੇ ਹਾਂ ਆਰੀਅਨ ਨੂੰ ਠੀਕ। ਇਹ ਮਤਲਬ ਆਪਣੇ ਲਈ ਕੋਈ ਰਲ ਮਿਲ ਕੇ ਜੇ ਆਪਾਂ ਕਰੀਏ ਤਾਂ ਅਮਾਊਂਟ ਕੋਈ ਵੱਡੀ ਨਹੀਂ ਹੈਗੀ। ਇੱਕ ਜ਼ਿੰਦਗੀ ਨੂੰ ਆਪਾਂ ਨੋਰਮਲ ਬਣਾ ਸਕਦੇ ਹਾਂ, ਉਹਨੂੰ ਇੱਕ ਆਪਾਂ ਇੰਨੀ ਚੰਗੀ ਲਾਈਫ ਦੇ ਸਕਦੇ ਹਾਂ ਕਿ ਉਹ ਵੀ ਸਾਰਾ ਕੁਛ ਆਪਣਾ ਕਰ ਸਕਦਾ। ਜੇ ਆਪਾਂ ਮੰਨੀਏ ਕਿ ਕੋਈ ਟਰੀਟਮੈਂਟ ਹੀ ਨਹੀਂ ਹੈਗਾ, ਹੈ ਨਾ, ਕੁਛ ਆਪਾਂ ਫਿਰ ਉਹਦੇ 'ਚ ਆਪਾਂ ਕਹਿ ਸਕਦੇ ਵੀ ਕੋਈ ਕੀ ਕਰ ਸਕਦਾ। ਪਰ ਜੇ ਕੁਛ ਹੈ ਆਪਾਂ ਰਲ ਮਿਲ ਕੇ ਕਰ ਸਕਦੇ ਹਾਂ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ, ਹੈ ਨਾ। ਕੈਨੇਡਾ 'ਚ ਸਾਰਿਆਂ ਨੂੰ ਸਭ ਕੁਛ ਮਿਲਦਾ, ਸਾਰੇ ਟਰੀਟਮੈਂਟ ਸਭ ਨੂੰ ਫ੍ਰੀ ਮਿਲਦੇ ਆ। ਜੇ ਇੱਕ ਆਪਣੇ ਅੱਗੇ ਮੈਨੂੰ ਲੱਗਦਾ
ਪਹਿਲਾ ਹੀ ਕੇਸ ਆਇਆ ਇੱਦਾਂ ਕਿ ਕਿਸੇ ਨੇ ਕੈਨੇਡਾ 'ਚ ਰਹਿੰਦੇ ਹੋਏ ਟ੍ਰੀਟਮੈਂਟ ਨੂੰ ਲੈ ਕੇ ਕਿਹਾ ਕਿ ਹਾਂ ਆਪਾਂ ਫੰਡ ਰੇਜ਼ ਕਰਨਾ, ਆਪਾਂ ਨੂੰ ਪੇ ਕਰਨਾ ਪੈਣਾ। ਤਾਂ ਪਤਾ ਨਹੀਂ ਜਿੰਨਿਆਂ ਨਾਲ ਵੀ ਮੇਰੀ ਗੱਲ ਹੁੰਦੀ ਉਹ ਕਹਿੰਦੇ ਵੀ ਪਹਿਲਾਂ ਹੀ ਕੇਸ ਦੇਖਿਆ, ਵੀ ਨਹੀਂ ਦੇਖਿਆ। ਚਲੋ ਜੇ ਆਪਾਂ ਉਹੀ ਸੋਚ ਲਈਏ ਕਿ ਜੇ ਸਾਨੂੰ ਸਾਰੇ ਆਪਣੇ ਟ੍ਰੀਟਮੈਂਟ ਲਈ ਪੇ ਕਰਨਾ ਪਵੇ ਤਾਂ ਫਿਰ ਵੀ ਕਿੰਨਾ ਅਸੀਂ ਕਰਾਂਗੇ ਹੀ, ਹਨਾ। ਜੇ ਸਾਡੇ ਮੂਹਰੇ ਇੱਕ ਆ ਗਿਆ ਤਾਂ ਇਹਨੂੰ ਸਾਂਝਾ ਇਹਨੂੰ ਬੱਚਾ ਆਪਣਾ ਹੀ ਸਮਝ ਕੇ, ਜਾਂ ਮੈਨੂੰ ਮੇਰੀ ਮਾਂ ਦੀ ਜੋ ਵੀ ਸਾਡੇ ਪੇਰੈਂਟਸ ਦੇ ਹਾਲਾਤ ਆ, ਸਾਡਾ ਬੱਚਾ ਸਾਡੇ ਹੱਥਾਂ 'ਚ, ਉਹ ਨਾ ਮੂੰਹ ਨਾਲ ਖਾਂਦਾ ਪੀਂਦਾ, ਰਾਤ ਨੂੰ ਉਹਨੂੰ ਜਦੋਂ ਬਾਈ ਪੈਪ ਲਾਉਂਦੇ ਆ ਉਹ ਕਿੰਨਾ ਰੋਂਦਾ ਆ। ਰਾਤ ਦੀ ਉਹੀ ਗੱਲ ਆ ਕਿ ਉਹ ਇੰਨਾ ਰੋਇਆ 2-2 ਘੰਟੇ ਲਗਾਤਾਰ। ਫਿਰ ਮੈਂ ਕਿਹਾ ਨਹੀਂ, ਮੈਂ ਇਹਨੂੰ ਲਾ ਦੇਣਾ ਆ। ਜਦੋਂ ਲਾ ਦਿੰਦੀ ਆ ਉਹ ਚੁੱਪ ਕਰ ਜਾਂਦਾ ਆ, ਉਹ ਬੜਾ ਸੋਹਣਾ ਖੇਲਣ ਲੱਗ ਜਾਂਦਾ। ਫਿਰ ਮੈਂ ਲਾਉਂਦੀ ਆ, ਫਿਰ ਰੋਣਾ ਸ਼ੁਰੂ ਕਰ ਦਿੰਦਾ। ਪਰ ਉਹ ਜ਼ਰੂਰੀ ਆ, ਜੇ ਸੌਂ ਜਾਂਦਾ ਫਿਰ ਉਹਦਾ ਆਕਸੀਜਨ ਲੈਵਲ ਲੋ ਚੱਲ ਜਾਂਦਾ ਆ। ਬਹੁਤ ਔਖਾ ਆ, ਬਹੁਤ ਔਖੇ ਸਮੇਂ 'ਚੋਂ ਅਸੀਂ ਲੰਘ ਰਹੇ ਆ, ਪਰ ਮੈਨੂੰ ਪੂਰਾ ਹੀ ਯਕੀਨ ਆ ਵੀ ਆਪਾਂ ਰਲ ਮਿਲ ਕੇ ਇਹ ਸਮੇਂ ਨੂੰ ਕੱਢ ਸਕਦੇ ਹਾਂ। ਆਰੀਅਨ ਦੀ ਲਾਈਫ ਜਿਵੇਂ ਵਧੀਆ ਹੋ ਸਕਦੀ ਆ, ਉਹ ਸਾਰਾ ਕੁਛ ਕਰ ਸਕਦਾ। ਇਹਦੇ ਲਈ ਆਪਾਂ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ। ਬਹੁਤ ਮਿਲ ਗਿਆ ਆ, ਬਹੁਤ ਹੋਰ ਵੀ ਲੋੜ ਆ। ਸਾਡਾ ਹੌਸਲਾ ਬਹੁਤ ਵੱਧ ਚੁੱਕਿਆ ਕਿ ਆਪਾਂ 1.8 ਮਿਲੀਅਨ ਤੇ ਪਹੁੰਚ ਗਏ ਆ, ਤੇ ਏਦਾਂ ਹੀ ਕਰਦੇ ਹੀ ਆਪਾਂ ਥੋੜੇ ਦਿਨਾਂ ਦੇ ਵਿੱਚ ਆਪਾਂ ਪੂਰਾ ਗੋਲ ਵੀ ਰੀਚ ਕਰ ਲੈਣਾ ਆ। ਤੇ ਮੈਂ ਥੋੜਾ ਜਿਹਾ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੇ GoFundMe ਤੇ ਨਹੀਂ ਕਰ ਸਕਦੇ ਹੈਗੇ, ਤਾਂ ਆਪਣੇ ਫੋਨ ਨੰਬਰ ਹੈਗੇ ਆ ਸਾਡੇ ਦੋਨਾਂ ਦੇ, ਸਾਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ ਵੀ ਹੋਰ ਕੀ ਆਪਸ਼ਨ ਆ, ਆਪਾਂ ਹੋਰ ਕਿੱਦਾਂ ਦੇ ਸਕਦੇ ਆ, ਹਨਾ। ਬੈਂਕ ਅਕਾਊਂਟ ਵੀ ਹੈਗਾ ਆ, ਜਾਂ ਈਮੇਲ ਟ੍ਰਾਂਸਫਰ ਵੀ ਤੁਸੀਂ ਕਰ ਸਕਦੇ ਆ। ਤਾਂ ਗਗਨ ਦਾ ਫੋਨ ਨੰਬਰ ਆ 778 708 6593। ਮੇਰਾ ਫੋਨ ਨੰਬਰ ਆ 778 388 0827। ਤਾਂ 778 388 0827 ਮੇਰਾ ਫੋਨ ਨੰਬਰ ਆ। ਤਾਂ ਜਦੋਂ ਵੀ ਮਰਜ਼ੀ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੋਰ ਵੀ ਆਪਸ਼ਨਸ ਹੈਗੀਆਂ ਆ ਡੋਨੇਟ ਕਰਨ ਦੀਆਂ। ਤਾਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ। ਮੈਨੂੰ ਆਸ ਆ ਵੀ ਆਪਾਂ ਸਾਰੇ ਰਲ ਮਿਲ ਕੇ ਆਪਾਂ ਆਰੀਅਨ ਨੂੰ ਠੀਕ ਕਰਾਂਗੇ ਤੇ ਕਰ ਸਕਦੇ ਆ ਆਪਾਂ। ਜੀ, ਕਿਉਂਕਿ ਸਾਡੇ ਕੋਲ ਆਪਸ਼ਨ ਹੈਗੀ ਆ, ਸਾਡੇ ਕੋਲ ਟ੍ਰੀਟਮੈਂਟ ਹੈਗਾ ਆ। ਆਲ ਵੀ ਨੀਡ ਇਜ਼ ਦ ਮਨੀ, ਐਂਡ ਮਨੀ ਕੋਈ ਐਡੀ ਵੱਡੀ ਚੀਜ਼ ਵੀ ਹੈ ਨਹੀਂ ਕਿ ਅਸੀਂ ਜਿਸ ਦੇ ਕਰਕੇ ਇੱਕ ਬੱਚੇ ਦੀ ਜ਼ਿੰਦਗੀ ਜਿਹੜੀ ਸੁਧਾਰ ਨਹੀਂ ਸਕਦੇ। ਸਾਡੇ ਆਪਣੇ ਹੱਥਾਂ ਦੇ ਵਿੱਚ ਆ। ਇਸੇ ਕਰਕੇ ਅਸੀਂ ਇਹ ਗੁਹਾਰ ਲਾਉਂਦੇ ਹਾਂ ਆਪਣੇ ਸਾਰੇ ਦੋਸਤਾਂ ਨੂੰ, ਜਿੰਨੇ ਵੀ ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ, ਏਕਤਾ TV ਦੇ ਜ਼ਰੀਏ ਦੇਖ ਰਹੇ ਨੇ, YouTube ਲਾਈਵ ਦੇਖ ਰਹੇ ਨੇ, Facebook ਲਾਈਵ ਦੇਖ ਰਹੇ ਨੇ, ਰੇਡੀਓ ਪੰਜਾਬ 'ਤੇ ਸੁਣ ਰਹੇ ਨੇ। ਅਸੀਂ ਸਾਰਿਆਂ ਨੂੰ ਇਹੀ ਗੁਹਾਰ ਲਾਉਂਦੇ ਹਾਂ ਵੀ ਇਸ ਬੱਚੇ ਦੀ ਜਾਨ ਨੂੰ ਬਚਾਉਣ ਦੇ ਲਈ, ਇਸ ਬੱਚੇ ਦੀ ਜ਼ਿੰਦਗੀ ਨੂੰ ਨੋਰਮਲ ਕਰਨ ਦੇ ਲਈ ਤੁਸੀਂ ਜ਼ਰੂਰ ਪਲੀਜ਼ ਇਸ ਪੇਜ 'ਤੇ ਜਾ ਕੇ ਆਰੀਅਨਸ ਫਾਈਟ ਅਗੇਂਸਟ SMA ਤੇ ਜਾ ਕੇ ਜ਼ਰੂਰ ਡੋਨੇਟ ਕਰੋ, ਜਿੰਨਾ ਵੀ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਬਹੁਤ ਵੱਡਾ ਅਮਾਊਂਟ ਚਾਹੀਦਾ ਆ। ਕਹਿੰਦੇ ਕਿ ਹੁੰਦੇ ਕਿ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਆ। ਭਾਵੇਂ ਤੁਸੀਂ $5 ਹੀ ਪਾ ਸਕਦੇ ਹੋ, $5 ਹੀ ਦਿਓ। 500 ਦੇ ਸਕਦੇ ਹੋ, 500 ਦਿਓ। 5000 ਦੇ ਸਕਦੇ ਹੋ, 5000 ਦਿਓ। ਇਸ ਬੱਚੇ ਦੀ ਜਾਨ ਜਿਹੜੀ ਆ ਬਚਾਉਣੀ ਬਹੁਤ ਜ਼ਰੂਰੀ ਆ। ਇਸ ਬੱਚੇ ਦੀ ਜ਼ਿੰਦਗੀ ਜਿਹੜੀ ਆ ਨੋਰਮਲ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਹੁਣ ਸਾਡੇ ਸਾਰਿਆਂ ਦਾ ਇਹ ਬੱਚਾ ਆ, ਕਿਉਂਕਿ ਅਸੀਂ ਸਾਰੇ ਹੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਸਾਨੂੰ ਸਾਥ ਚਾਹੀਦਾ ਆ। ਅਗਰ ਤੁਸੀਂ ਫੋਨ 'ਤੇ ਗੱਲਬਾਤ ਕਰਨਾ ਚਾਹੋ ਤੇ ਆਰੀਅਨ ਦੇ ਮਦਰ ਹਰਪ੍ਰੀਤ ਦਿਓਲ, ਇਹਨਾਂ ਦਾ ਨੰਬਰ ਆ 778 338 0827। ਗਗਨਪ੍ਰੀਤ ਦਿਓਲ ਆਰੀਅਨ ਦੇ ਪਿਤਾ ਜੀ, ਇਹਨਾਂ ਦਾ ਨੰਬਰ ਆ 778 708 6593। ਤੇ ਪੇਜ ਤੁਸੀਂ GoFundMe ਪੇਜ 'ਤੇ ਜਾ ਕੇ ਆਰੀਅਨਸ ਫਾਈਟ ਅਗੇਂਸਟ SMA, ਇਸ 'ਤੇ ਇਹ ਜਿਹੜਾ ਪੇਜ ਆ ਸਵਿਤਾ ਮਾਜੂ ਦੇ ਦੁਆਰਾ ਆਰਗੇਨਾਈਜ਼ ਕੀਤਾ ਗਿਆ ਇਹ ਫੰਡ ਰੇਜ਼ਰ, ਤੇ ਗਗਨਪ੍ਰੀਤ ਦਿਓਲ ਦਾ ਨਾਂ ਇਸ ਦੇ ਨਾਲ ਆ। ਤੁਸੀਂ ਬੱਚੇ ਦੀ ਫੋਟੋ ਦੇਖੋਗੇ, ਬਲੂ ਐਂਡ ਵਾਈਟ ਚੈੱਕ ਸ਼ਰਟ ਪਾਈ ਹੋਈ ਆ ਆਰੀਅਨ ਨੇ ਇਸ ਫੋਟੋ 'ਤੇ। ਬਹੁਤ ਹੀ ਪਿਆਰਾ ਬੱਚਾ ਆ। ਸੋ ਦੋਸਤੋ, ਵਨਸ ਅਗੇਨ ਮੇਰੀ ਸਾਰਿਆਂ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਵੀ ਤੁਸੀਂ ਦਾਨ ਕਰ ਸਕਦੇ ਹੋ, ਜਿੰਨਾ ਵੀ ਡੋਨੇਸ਼ਨ ਦੇ ਸਕਦੇ ਹੋ, ਪਲੀਜ਼ ਹੁਣੇ ਜਾ ਕੇ ਕੱਲ੍ਹ ਦੀ ਵੇਟ ਨਾ ਕਰੋ, ਕੱਲ੍ਹ ਦਾ ਇੰਤਜ਼ਾਰ ਨਾ ਕਰੋ, ਕਿਉਂਕਿ ਪਰਿਵਾਰ ਦੀਆਂ ਜਿਹੜੀਆਂ ਅੱਖਾਂ ਲੱਗੀਆਂ ਹੋਈਆਂ ਨੇ ਉਹਨਾਂ ਨੰਬਰਾਂ 'ਤੇ ਕਿਸ ਤਰ੍ਹਾਂ ਵੱਧ ਰਹੇ ਨੇ, ਕੀ ਇਨਫ ਹੋ ਰਹੇ ਨੇ। ਸਮਾਂ ਆਉਣ ਤੋਂ ਪਹਿਲਾਂ ਟੂ ਲੇਟ ਹੋਣ ਤੋਂ ਪਹਿਲਾਂ ਇਹ ਜਿਹੜੇ ਪੈਸੇ ਆ ਸਾਰੇ ਇਕੱਠੇ ਹੋ ਜਾਣਗੇ। ਉਹ ਦਿਨ ਰਾਤ ਇਸ ਫਿਕਰ ਦੇ ਵਿੱਚ ਲੱਗੇ ਰਹਿੰਦੇ ਆ, ਅਸੀਂ ਡੋਨੇਸ਼ਨ ਤਾਂ ਕਰਨਾ ਹੀ ਆ, ਵੇਟ ਕਿਸ ਕੰਮ ਦੇ, ਕਿਸ ਗੱਲ ਲਈ। ਸੋ ਹੁਣੇ ਤੁਸੀਂ ਪਲੀਜ਼ ਹੁਣੇ ਜਾਓ
ਤੁਹਾਡੇ ਪਰਿਵਾਰ ਦੇ ਵਿੱਚ ਅਗਰ ਤੁਹਾਨੂੰ ਨਹੀਂ ਆਨਲਾਈਨ ਜਾਣਾ ਆਉਂਦਾ, ਤੁਸੀਂ ਫੋਨ ਚੱਕ ਕੇ ਇਹਨਾਂ ਦੇ ਨਾਲ ਗੱਲਬਾਤ ਕਰ ਲਓ, ਤੁਹਾਨੂੰ ਜ਼ਿਆਦਾ ਡੀਟੇਲਡ ਇਨਫੋਰਮੇਸ਼ਨ ਜ਼ਰੂਰ ਦੇ ਦੇਣਗੇ। ਸੋ ਇਸ ਦੇ ਨਾਲ ਹੀ ਹਰਪ੍ਰੀਤ ਜੀ, ਗਗਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਰੇਡੀਓ ਪੰਜਾਬ ਏਕਤਾ ਟੀਵੀ ਤੇ ਆ ਕੇ ਸਾਡੇ ਨਾਲ ਇਸ ਵਕਤ ਗੱਲਬਾਤ ਕੀਤੀ। ਪ੍ਰਮਾਤਮਾ ਕਰੇ ਗਗਨ, ਪ੍ਰਮਾਤਮਾ ਕਰੇ ਆਰੀਅਨ ਦੀ ਲੰਬੀ ਆਯੂ ਹੋਵੇ, ਪ੍ਰਮਾਤਮਾ ਇਸ ਨੂੰ ਬਹੁਤ ਹੀ ਜਲਦੀ ਠੀਕ ਕਰੇ ਤੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਬਹੁਤ ਜਲਦੀ ਹੀ, ਮੈਨੂੰ ਪੂਰੀ ਆਸ ਹੈ ਬਹੁਤ ਜਲਦੀ ਹੀ ਇਹ ਠੀਕ ਹੋ ਜਾਏਗਾ। ਇਸ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ। ਧੰਨਵਾਦ। ਥੈਂਕ ਯੂ ਜੀ। ਸੋ ਦੋਸਤੋ, ਜਿਸ ਤਰ੍ਹਾਂ ਅਸੀਂ ਬਾਰ ਤੁਹਾਡੇ ਅੱਗੇ ਇਹੀ ਗੁਹਾਰ ਕਰ ਰਹੇ ਹਾਂ ਕੁਝ ਸਮੇਂ ਤੋਂ ਕਿ ਆਰੀਅਨ ਦੇ ਲਈ ਇਸ ਫਾਈਟ ਦੇ ਵਿੱਚ ਪਰਿਵਾਰ ਦਾ ਸਾਥ ਦਿਓ ਜ਼ਰੂਰ, ਜਿੰਨਾ ਵੀ ਦਾਨ ਹੋ ਸਕੇ ਜ਼ਰੂਰ ਕਰੋ, ਕਿਉਂਕਿ ਦਾਨ ਦਿੱਤਿਆਂ ਸਾਡਾ ਕੁਝ ਘਟਣਾ ਨਹੀਂ ਤੇ ਪਰਿਵਾਰ ਦਾ ਬਹੁਤ ਕੁਝ ਬਣ ਜਾਣਾ। ਕਿਉਂਕਿ ਅਗਰ 1.8 ਮਿਲੀਅਨ ਇਕੱਠੇ ਹੋ ਚੁੱਕੇ ਨੇ ਤੇ ਥੋੜ੍ਹੇ ਜਿਹੇ ਹੋਰ ਪੈਸਿਆਂ ਦੀ ਜ਼ਰੂਰਤ ਆ। ਲਓ ਜੀ, ਕਮਰਸ਼ੀਅਲ ਬ੍ਰੇਕ ਹੁਣ ਚੱਲ ਰਹੀ ਆ, ਇਸ ਦੇ ਨਾਲ ਹੀ ਬਹੁਤ ਹੀ ਜਲਦੀ ਅਸੀਂ ਵਾਪਸ ਆਵਾਂਗੇ ਆਪਣੀਆਂ ਗੱਲਾਂ ਬਾਤਾਂ ਵੱਲ। ਸੁਣਦੇ ਰਹੋ ਰੇਡੀਓ ਪੰਜਾਬ।